पर साडे लई ਇਹ ਮਾਣ ਦੀ ਗੱਲ भी है जिथे गुरु साहब जी ने आप बाणी उचारण की, भगत साहबान जी ने आप बाणी उचारण की, उथे साडे लई माण वाली गल है कि जिवें असीं गुरु दे हजूर बैठ के सिख हुंदियां होयां, संगत दा हिस्सा हुंदियां होयां गुरु दे उपदेश नूं प्यार सत्कार नाल माणदे आ, सुणदे आ, साडे विचों संगती रूप विच बहण वाले गुरसिੱਖੀ दा जिहड़ा जज्बा है वो लैके जीण वाले, संगत विच संगत दा हिस्सा दो गुरसिख उन्होंने बाणी उचारण की और गुरु साहब ने उन्होंने बड़ा उच्चा मान दे के गुरु नानक साहब जी की बाणी के बराबर प्रवान कर लिया। कुछ जानकारी आप जी नाल भाई सत्ता जी बलवंड जी उन्हां दे बाबत भी असी सांझी करन दी कोशिश करांगे। कुछ थोड़े जे भरम भुलेखे जिहड़े साडे मनां च रहिंदे आ, उन्हां भरम भुलेखिਆਂ बारे भी आपां थोड़ी जी चर्चा करांगे। जदों असीं वार दा पाठ आरंभ करांगे तां नाल नाल असीं सब तो पहलां भाई सत्ता जी बलवंड जी बारे जरूर चर्चा करन दी कोशिश करांगे। सो पहला आओ आपां जिहड़ा पाठ अज असीं करना आ, जिन्हां कोल दर्पण पोथी है सतवीं दर्पण पोथी का 228 पन्ना है। जिन्हां कोल शब्दार्थ पोथी है वो 966 अंक प्रकाश कर लैण जी। जिन्हां कोल 22-12 पोथी है वो 378 अंक प्रकाश कर लैण जी। सो आओ असीं रामकली राग दी ये तीजी वार है, लड़ीवार ये 16वीं वार है। आपां इस पाठ नाल सतगुरु दे प्यार विच, सतगुरु दी वडियाई विच लिखी हुई इस वार दे पाठ नाल जुड़न दा यतन करदे हां। रोज़ाना दी तरह आओ पहलां आपां सतगुरु जी दी बख्शिश मंगलाचरण सारे रल के पढ़ते हाँ, फिर आप पाठ वाल आवांगे जी। एक ओंकार सतनाम करता पुरख निर्भव निर्वैर अकाल मूरत एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। वाहिगुरु जी का खालसा, वाहिगुरु जी की फतेह। हाँ जी,
ਇਕ ਓੰਕਾਰ ਸਤਿਗੁਰ ਪ੍ਰਸਾਦ। ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੈ ਡੂਮ ਆਖੀ। ਨਾਉ ਕਰਤਾ ਕਾਦਰ ਕਰੇ ਕਿਉ ਬੋਲ ਹੋਵੈ ਜੋ ਕੀਮਤੈ। ਇਹ ਵਾਰ ਜਿਵੇਂ ਮੈਂ ਪਹਿਲਾਂ ਵੀ ਕਿਹਾ ਜੀ 16ਵੀਂ ਵਾਰ ਹੈ। ਰਾਮਕਲੀ ਰਾਗ ਵਿੱਚ ਇਹ ਤੀਜੀ ਵਾਰ ਹੈ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਆਰੰਭ ਵਿੱਚ ਹੀ ਇੱਕ ਨੋਟ ਦਿੱਤਾ ਜਿਹੜਾ ਸਾਡੇ ਪੜ੍ਹਨ ਗੋਚਰਾ ਹੈ। ਕਹਿੰਦੇ ਨੇ ਕਿਸੇ ਕਾਵ ਰਚਨਾ ਨੂੰ ਕੋਈ ਇੱਕੋ ਹੀ ਲਿਖਾਰੀ ਲਿਖ ਸਕਦਾ ਹੈ। ਕਿਸੇ ਕਾਵ ਰਚਨਾ ਨੂੰ ਕੋਈ ਇੱਕੋ ਹੀ ਲਿਖਾਰੀ ਲਿਖ ਸਕਦਾ ਹੈ। ਇੱਕ ਰਚਨਾ ਦੇ ਇੱਕ ਤੋਂ ਵਧੇਕ ਲੇਖਕ ਨਹੀਂ ਹੋ ਸਕਦੇ। ਇਸ ਉੱਪਰਲੇ ਸਿਰਲੇਖ ਵਿੱਚ ਦੋ ਨਾਮ ਹਨ, ਬਲਵੰਡ ਅਤੇ ਸੱਤਾ। ਇਸ ਦਾ ਭਾਵ ਇਹ ਹੈ ਕਿ ਇਹਨਾਂ ਇਕੱਠਿਆਂ ਰਲ ਕੇ ਗੁਰੂ ਅਰਜਨ ਸਾਹਿਬ ਦੇ ਦਰਬਾਰ ਵਿੱਚ ਇਹ ਵਾਰ ਆਖੀ ਸੀ, ਸੁਣਾਈ ਸੀ। ਇਸ ਵਾਰ ਦੀਆਂ 8 ਪੌੜੀਆਂ, ਪਹਿਲੀਆਂ 3 ਪੌੜੀਆਂ ਦਾ ਕਰਤਾ ਭਾਈ ਬਲਵੰਡ ਹੈ ਤੇ ਅਖੀਰਲੀਆਂ 5 ਪੌੜੀਆਂ ਦਾ ਕਰਤਾ ਭਾਈ ਸੱਤਾ ਹੈ। ਅਸੀਂ ਇਸ ਵਾਰ ਨੂੰ ਆਰੰਭ ਕਰਨ ਤੋਂ ਪਹਿਲਾਂ ਥੋੜੀ ਜਿਹੀ ਚਰਚਾ ਇਸ ਪਾਸੇ ਜ਼ਰੂਰ ਕਰਨੀ ਚਾਹੁੰਦੇ ਹਾਂ। ਇੱਕ ਤਾਂ ਇਹਦੇ ਆਰੰਭ 'ਚ ਹੀ ਰਾਏ ਬਲਵੰਡ ਤਥਾ ਸੱਤੈ ਡੂਮ। ਡੂਮ ਦਾ ਅਰਥ ਹੈ ਜਿਸ ਪਰਿਵਾਰ ਚੋਂ, ਜਿਸ ਖਾਨਦਾਨ ਚੋਂ ਇਹ ਆ ਰਹੇ ਨੇ ਉਹ ਨਾਲ ਉਹਨਾਂ ਦੇ ਅੰਕਿਤ ਕੀਤਾ ਗਿਆ। ਉਹ ਡੂਮ ਪਰਿਵਾਰ ਵਿੱਚੋਂ ਨੇ, ਮਰਾਸੀ ਪਰਿਵਾਰ ਵਿੱਚੋਂ ਨੇ। ਜਿਵੇਂ ਕਿ ਸਤਿਕਾਰਯੋਗ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ, ਜਿਨ੍ਹਾਂ ਨੇ ਸਾਰੀ ਉਮਰ ਗੁਰੂ ਅਕਾਲ ਪੁਰਖ ਜੀ ਦੀ ਕੀਰਤੀ ਕੀਤੀ, ਗੁਰੂ ਨਾਨਕ ਸਾਹਿਬ ਜੀ ਦਾ ਸਾਥ ਮਾਣਿਆ। ਔਰ ਅਕਾਲ ਪੁਰਖ ਜੀ ਦੀ ਕੀਰਤੀ ਕਰਦਿਆਂ ਉਹ ਬੜੇ ਸਾਰੇ ਉਹਨਾਂ ਵਿਖੜੇ ਪੈਂਡਿਆਂ ਤੋਂ ਵੀ ਲੰਘੇ, ਉਹਨਾਂ ਔਖੇ ਰਾਹਾਂ ਤੋਂ ਵੀ ਲੰਘੇ ਜਿੱਥੇ ਭਾਰੀ ਮੁਸ਼ਕਲਾਂ ਸਨ, ਜਾਨ ਨੂੰ ਖਤਰਾ ਸੀ। ਪਰ ਹਮੇਸ਼ਾ ਗੁਰੂ ਨਾਨਕ ਸਾਹਿਬ ਜੀ ਦੇ ਉਹ ਸਾਥ ਰਹੇ, ਪਿਆਰ ਮਾਣਿਆ। ਮੈਂ ਆਰੰਭ 'ਚ ਇੱਕ ਬੇਨਤੀ ਕਰਨ ਲੱਗਾ ਕਿ ਅਸੀਂ ਬੜੀ ਕੋਸ਼ਿਸ਼ ਕੀਤੀ, ਯਤਨ ਕੀਤਾ ਕਿ ਸਾਨੂੰ ਕੋਈ ਜਾਣਕਾਰੀ ਭਾਈ ਸੱਤਾ ਜੀ ਬਾਰੇ, ਬਲਵੰਡ ਜੀ ਬਾਰੇ, ਇਤਿਹਾਸਕ ਤੱਥ ਜਿਹੜੇ ਆ ਉਹ ਮਿਲਣ। ਪਰ ਜਿੰਨਾ ਕੁ ਅਸੀਂ ਕਰ ਸਕਦੇ ਸੀ, ਜਿੱਥੋਂ ਤੱਕ ਅਸੀਂ ਜਾ ਸਕਦੇ ਸੀ, ਅਸੀਂ ਕੋਸ਼ਿਸ਼ ਕੀਤੀ। ਸਾਨੂੰ ਕੋਈ ਉਹਨਾਂ ਦੀ ਇਤਿਹਾਸਕ ਜਾਣਕਾਰੀ ਜਿਹੜੀ ਆ ਉਹ ਮਿਲਦੀ ਨਹੀਂ ਸੀ। ਕਿਤਾਬਾਂ ਨਾਲ, ਗ੍ਰੰਥਾਂ ਨਾਲ ਵੀ ਮੱਥਾ ਮਾਰਿਆ, ਕੁਛ ਥੋੜੀ ਬਹੁਤੀ ਅਸੀਂ ਪੁੱਛ ਪੜਤਾਲ ਵੀ ਕੀਤੀ, ਪਰ ਗੱਲ ਕਿਸੇ ਸਿਰੇ ਨਹੀਂ ਲੱਗਦੀ ਕਿ ਭਾਈ ਸੱਤਾ ਜੀ, ਬਲਵੰਡ ਜੀ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਆ ਰਹੀ ਆ, ਉਹ ਕਿੱਥੇ ਪੈਦਾ ਹੋਏ, ਉਹਨਾਂ ਦਾ ਪਰਿਵਾਰ ਕੀ ਸੀ, ਉਹ ਕਦੋਂ ਗੁਰੂ ਘਰ ਵਿੱਚ ਆਏ। ਬੜੇ ਸਾਰੇ ਇਦਾਂ ਦੇ ਸਵਾਲ ਸੀਗੇ। ਜਿਹੜੀਆਂ ਗਲਤ ਕਹਾਣੀਆਂ ਉਹ ਤਾਂ ਸਾਹਮਣੇ ਆ ਰਹੀਆਂ, ਕਿ ਗੁਰੂ ਅਰਜਨ ਸਾਹਿਬ ਜੀ ਦੇ ਦਰਬਾਰ ਵਿੱਚ ਉਹਨਾਂ ਨੇ ਕੀਰਤਨ ਕਰਦਿਆਂ ਗੁਰੂ ਅਰਜਨ ਸਾਹਿਬ ਜੀ ਨੂੰ ਕਿਹਾ ਕਿ ਮਹਾਰਾਜ ਸਾਡੀ ਬੱਚੀ ਦਾ ਵਿਆਹ ਆ ਤੇ ਸਾਨੂੰ ਕੁਝ ਪੈਸੇ ਚਾਹੀਦੇ ਆ। ਮਹਾਰਾਜ ਨੇ
आख्या कोई गल नहीं, इस वारी आ थोड़े आ साडे कोल, जिन्ने अगला मेला आएगा, चढ़त आएगी तो तुहानू भी पैसे दे देंगे। हुण सोचण वालियां गल्लां ने कि उन्हां दे परिवार विच विआह आ, विआह लई पैसे मंग रहे ने ते कहा जा रहा कि अगला मेला आएगा फिर दे देंगे, आ इन्ने क्या तुसीं सार लो। जे हुण विआह ते पैसे नहीं मिलने, फिर अगली बार मेला आउणा, उदों भावें दुगने भी मिल जाण, जदों मौका आ उदों ना मिलण तां बाद वाले पैसिਆਂ ਦਾ ਕੀ करना। दूजी गल, गुरु अर्जन साहब सच्चे पातशाह जी की शख्सीयत नूं असीं सामने रखीए। महाराज इन्नी क लोड़ तां किसी नूं भी कह के पूरी करवा सकते हैं। जे मान लो कार सेवा चलती आ जां होर प्रबंध गुरु घर का जिहड़ा वो चल रहा आ, तां जे घट भी आ तां किसी नूं कह के भी मुश्किल समय पूरा किया जा सकता। पर कहानी के मुताबिक यह है कि सत्ता जी बलवंड जी रुस के घर नूं चले गए, मनाउण की कोशिश की, मन्ने नहीं, आखिर महाराज ने कहता कि रहन दिओ। ये कहानी दो तरीकों नाल मिलती, एक तो गुरु अर्जन साहब जी के दरबार चों रुस के चले गए, तो दूजी कहानी सानू इदां मिलती है कि वह गुरु अंगद साहब के दरबार चों भी रुस के गए। फिर आप अगे देखते हैं असल च कहानी का मुੱਢ की आ। जदों रुस के चले गए, महाराज ने कहता रहन दिओ, संगत नूं कहा तुसीं आपे कीर्तन कर लो, आपां चला लांगे, सार लांगे काम, इन्हां नूं रहन दिओ। और दूजा कहानी दे विच ये लिखिया भी मिल रहा कि महाराज ने सख्ताई नाल ये कह दिता कि इन्हां नूं मूँह ना लाओ कोई, और जे कोई इन्हां नूं मुआफ़ी दिवाउण वास्ते इस पासे नूं आया तो ध्यान रखियो जे वो मूँह काला करके ही आवे अपना। तो ये बहुत सख्ताई सी। थोड़े दिन लंघे, वो कहानी के मुताबिक कि इन्हां दे घर दा रोटी पानी औखा हो गया। भाई लद्दे ने जिहड़ा लाहौर का रहने वाला, इन्हां ने उहदे तक पहुँच की थी। भाई लद्दे ने आप ही अपना मूँह काला कर लिया तो अंमृतसर आया। हुण जदों अंमृतसर आया तो गुरु अर्जन साहब जी दे पेश होया। महाराज सच्चे पातशाह आखण लगे, भाई लद्दिया आ गया। महाराज तुसी समर्थ हो, जानते हो, कृपा करो इन्हां दोवां नूं मुआफ़ी दिओ। मैं इन्हां नूं नाल लैके आया, ये भी माफ़ी मंगते ने और मैं भी मंगदा। महाराज ने चलो मुआफ़ किया। तो फिर महाराज ने कहा कि जे हुण इस सारे मसले तो छुटकारा लेना ना, तो जिन्नी तुसां निंदिया की है ना गुरु साहब की, अपशब्द कहे आ, उन्नी हुण वडियाई करो। ये भी कहा जा रहा कि उन्होंने कोड़ हो गया, तो जिमें जिमें वो वडियाई करते गए फिर कोड़ उन्होंने हटता गया। जिहड़ी गल मैं तुहानूं सुना रहा, जिहड़ी कहानी सुना रहा, असल च एक घड़ी हुई कहानी आ, ये सच नहीं आ। लभदियां लभदियां असीं थोड़े जे सोर्स इकट्ठे कीते, और उस सोर्स के आधार पर मैं तुहाडे नाल जानकारी साझी करन लग्या कि जे तुसीं नोट भी करना चाहोगे कर लिओ। भाई बलवंड जी का जन्म रात के तीजे पहर 23 फरवरी 1528 नूं 1528
23 ਫੱਗਣ ਸੰਮਤ 1585 ਨੂੰ ਨਾਨਕੇ ਪਿੰਡ ਨੂਰ ਖੇੜੀ ਵਿਖੇ ਹੋਇਆ। ਨੂਰ ਖੇੜੀ ਨਨਕਾਣਾ ਸਾਹਿਬ ਤੋਂ 8 ਮੀਲ ਤੇ ਆ, 8 ਮੀਲ ਤੇ। ਇਹਨਾਂ ਦੇ ਪਿਤਾ ਜੀ ਦਾ ਨਾਮ ਧਨਵੰਤ ਜੀ ਆ, ਛੋਟਾ ਨਾਮ ਉਹਨਾਂ ਨੂੰ ਧੰਨੂ ਜੀ ਕਹਿੰਦੇ ਆ। ਮਾਤਾ ਦਾ ਨਾਮ ਬੰਤੋ ਹੈ। ਇਹਨਾਂ ਦਾ ਇੱਕ ਛੋਟਾ ਭਰਾ ਹੋਰ ਵੀ ਸੀਗਾ ਬਲਵੰਡ ਜੀ ਦਾ, ਉਹਦਾ ਨਾਂ ਹੈ ਕਿਰਪਾ ਵੰਡ। ਭਾਈ ਸੱਤਾ ਜੀ ਦਾ ਜਨਮ 26 ਅਗਸਤ 1530 ਨੂੰ ਪਿਤਾ ਪਤਵੰਤ ਜੀ ਤੇ ਮਾਤਾ ਫੁਰਹਾਨ ਦੀ ਕੁੱਖੋਂ ਹੋਇਆ। 2 ਸਾਲ ਦਾ ਫਰਕ ਹੈ ਦੋਵਾਂ ਦਾ। ਧਨਵੰਤ ਜੀ ਤੇ ਪਤਵੰਤ ਜੀ ਦੋਵੇਂ ਸਕੇ ਭਰਾ ਆ, ਤੇ ਬਲਵੰਡ ਜੀ ਤੇ ਸੱਤਾ ਜੀ ਚਾਚੇ ਤਾਏ ਦੇ ਪੁੱਤ ਹੋ ਗਏ। ਬਲਵੰਡ ਜੀ ਦਾ ਜਨਮ 1528 ਨੂੰ ਹੋ ਰਿਹਾ ਤੇ ਸੱਤਾ ਜੀ ਦਾ ਜਨਮ 1530 ਨੂੰ ਹੋ ਰਿਹਾ, ਯਾਨੀ ਗੁਰੂ ਨਾਨਕ ਸਾਹਿਬ ਉਸ ਵਕਤ ਕਰਤਾਰਪੁਰ ਮੌਜੂਦ ਨੇ। ਇਸ ਤੋਂ ਅਗਲੀ ਜਾਣਕਾਰੀ ਜਿਹੜੀ ਮਿਲਦੀ ਆ, ਇਹ ਪਹਿਲੀ ਵਾਰ ਗੁਰੂ ਅੰਗਦ ਸਾਹਿਬ ਨੂੰ ਖਡੂਰ ਸਾਹਿਬ ਵਿਖੇ 21 ਮਾਰਚ 1545 ਨੂੰ ਭਾਈ ਮਰਦਾਨਾ ਜੀ ਦੇ ਬੇਟੇ ਭਾਈ ਸਜਾਦਾ ਤੇ ਭਾਈ ਰਜਾਦਾ ਦੇ ਰਾਹੀਂ ਇੱਥੇ ਆ ਕੇ ਮਿਲੇ। ਯਕੀਨਨ ਜੇ 8 ਮੀਲ ਦੀ ਵਿੱਥ ਤੇ ਨਨਕਾਣਾ ਸਾਹਿਬ ਤੋਂ ਇਹਨਾਂ ਦਾ ਨਾਨਕਾ ਪਿੰਡ ਆ, ਤਾਂ ਗੁਰੂ ਨਾਨਕ ਸਾਹਿਬ ਬਾਰੇ ਜਾਣਕਾਰੀ ਇਸ ਪਰਿਵਾਰ 'ਚ ਨਾ ਹੋਵੇ ਕਿਹਾ ਹੀ ਨਹੀਂ ਜਾ ਸਕਦਾ। ਪਰ ਇਹ ਪਹਿਲੀ ਵਾਰ ਗੁਰੂ ਅੰਗਦ ਸਾਹਿਬ ਕੋਲ ਖਡੂਰ ਸਾਹਿਬ ਪਹਿਲੀ ਵਾਰ ਭਾਈ ਸਜਾਦਾ ਤੇ ਭਾਈ ਰਜਾਦਾ, ਜੋ ਦੋਨੋਂ ਹੀ ਭਾਈ ਮਰਦਾਨਾ ਜੀ ਦੇ ਬੇਟੇ ਆ, ਉਹਨਾਂ ਦੇ ਰਾਹੀਂ ਇੱਥੇ ਆ ਕੇ ਮਿਲੇ। ਬਾਬਾ ਸ੍ਰੀ ਚੰਦ ਨੇ ਗੁਰੂ ਅੰਗਦ ਸਾਹਿਬ ਦੀ ਬਹੁਤ ਵਿਰੋਧਤਾ ਕੀਤੀ, ਗੱਦੀ ਮਿਲਣ ਤੋਂ ਬਾਅਦ ਬਹੁਤ ਵਿਰੋਧਤਾ ਕੀਤੀ। ਭਾਈ ਬਲਵੰਡ ਜੀ ਤੇ ਸੱਤਾ ਜੀ ਨੇ ਮੋੜਵੇਂ ਉੱਤਰ ਦਿੱਤੇ ਉਹਦੇ, ਜਿਹੜੀ ਉਹ ਵਿਰੋਧਤਾ ਕਰਦਾ ਸੀ ਸ੍ਰੀ ਚੰਦ, ਉਹਦੇ ਮੋੜਵੇਂ ਉੱਤਰ ਦਿੱਤੇ। ਬਾਬਾ ਬੁੱਢਾ ਜੀ ਦੇ ਨਾਲ ਦੂਰ ਦਰਾਡੇ ਪਿੰਡਾਂ ਥਾਵਾਂ ਵਿੱਚ ਜਾ ਕੇ ਸ੍ਰੀ ਚੰਦ ਬਾਰੇ ਦੱਸਣਾ ਤੇ ਗੁਰਸਿੱਖੀ ਨਾਲ ਸੰਗਤਾਂ ਨੂੰ ਜੋੜਨਾ, ਇਹ ਕੰਮ ਬੜੇ ਜ਼ੋਰ ਸ਼ੋਰ ਨਾਲ ਇਹਨਾਂ ਦੋਵਾਂ ਨੇ ਕੀਤਾ। ਫਿਰ ਅੱਗੇ ਸਾਨੂੰ ਮਿਲਦਾ ਹੈ ਕਿ ਇਹ ਗੁਰੂ ਅਮਰਦਾਸ ਜੀ ਦੇ ਦਰਬਾਰ 'ਚ ਵੀ ਕੀਰਤਨ ਕਰਦੇ ਰਹੇ। ਅਖੀਰਲਾ ਤੱਥ ਸਾਨੂੰ ਮਿਲਦਾ ਹੈ ਕਿ ਜਦੋਂ ਗੁਰੂ ਅਰਜਨ ਸਾਹਿਬ ਅੰਮ੍ਰਿਤਸਰ ਵਸ ਗਿਆ, ਭਾਈ ਬਲਵੰਡ ਜੀ ਤੇ ਸੱਤਾ ਜੀ ਨੂੰ ਅੰਮ੍ਰਿਤਸਰ ਲੈ ਗਏ। ਔਰ ਬੜੀ ਸਵਾਦਲੀ ਗੱਲ ਦੇਖਿਓ ਧਿਆਨ ਨਾਲ, ਜਿਹੜੀ ਕਹਾਣੀ ਮੈਂ ਤੁਹਾਨੂੰ ਪਹਿਲਾਂ ਦੱਸੀ ਕਿ ਕੁੜੀ ਦੇ ਵਿਆਹ ਵੇਲੇ ਰੁੱਸ ਕੇ ਘਰ ਨੂੰ ਚਲੇ ਗਏ, ਗੁਰੂ ਅਰਜਨ ਸਾਹਿਬ ਭਾਈ ਸੱਤਾ ਜੀ ਤੇ ਬਲਵੰਡ ਜੀ ਨੂੰ ਅੰਮ੍ਰਿਤਸਰ ਲੈ ਗਏ। ਭਾਈ ਸੱਤਾ ਜੀ ਦੀ ਬੇਟੀ, ਆਪਾਂ ਨੂੰ ਇੰਨਾ ਪਤਾ ਲੱਗਦਾ ਵੀ ਕੁੜੀ ਦੇ ਵਿਆਹ ਵੇਲੇ ਦੋਵੇਂ ਰੁੱਸ ਗਏ, ਪਰ ਇੱਥੇ ਸਾਡੇ ਕੋਲ ਨਾਂ ਵੀ ਮੌਜੂਦ ਹੈ। ਸੱਤਾ ਜੀ ਦੀ ਬੇਟੀ ਬੀਬੀ ਫੁਰਵਾਈਆ ਵੀ ਆਪਣੇ ਪਿਤਾ ਜੀ ਨਾਲ ਬੈਠ ਕੇ ਕੀਰਤਨ ਕਰਦੀ ਰਹੀ ਆ। ਅੰਮ੍ਰਿਤਸਰ ਗੁਰੂ ਅਰਜਨ ਸਾਹਿਬ ਜੀ ਦੇ ਦਰਬਾਰ 'ਚ ਬੀਬੀ ਫੁਰਵਾਈਆ ਜਿਹਦੇ ਵਿਆਹ ਤੇ ਰੁੱਸਣ ਦੀ ਕਹਾਣੀ ਪਾ ਰਹੇ ਆ, ਉਹ ਆਪਣੇ ਪਿਤਾ ਜੀ ਨਾਲ ਬਹਿ ਕੇ ਕੀਰਤਨ ਕਰਦੀ ਰਹੀ ਆ। ਅੱਗੇ ਸੁਣੋ, ਬੀਬੀ ਫੁਰਵਾਈਆ ਜੀ ਦਾ ਜਨਮ 3 ਜਨਵਰੀ 1565 ਨੂੰ ਹੋਇਆ। ਗੁਰੂ ਅਰਜਨ ਸਾਹਿਬ ਨਾਲੋਂ ਇਹ ਲਗਭਗ ਪੌਣੇ 2 ਸਾਲ ਛੋਟੀ ਆ। ਗੁਰੂ ਅਰਜਨ ਸਾਹਿਬ ਦਾ 63 ਦਾ ਜਨਮ ਹੈ, ਇਹਦਾ 65 ਦਾ, ਲਗਭਗ ਪੌਣੇ 2 ਸਾਲ ਛੋਟੀ ਆ। ਔਰ ਬਹੁਤ ਸਵਾਦਲੀ ਗੱਲ, ਹਮੇਸ਼ਾ ਗੁਰੂ ਅਰਜਨ ਸਾਹਿਬ ਨੂੰ ਭਾਈ ਜਾਨ ਕਹਿ ਕੇ ਬੁਲਾਉਂਦੀ ਸੀ। ਪੌਣੇ 2 ਸਾਲ ਛੋਟੀ ਆ ਔਰ ਹਮੇਸ਼ਾ ਗੁਰੂ ਅਰਜਨ ਸਾਹਿਬ ਨੂੰ ਭਾਈ ਜਾਨ ਕਹਿ ਕੇ ਬੁਲਾਉਂਦੀ ਸੀ। ਅੱਗੇ ਸੁਣੋ, ਇੱਕ ਹੋਰ ਗੱਲ ਕਿ ਭਾਈ ਬਲਵੰਡ ਜੀ ਦੇ 4 ਪੁੱਤਰ ਸੀ।
ਭਾਈ ਸੱਤਾ ਜੀ ਦੇ ਵੀ 4 ਬੇਟੇ ਸੀ ਤੇ ਗੁਰੂ ਰਾਮਦਾਸ ਜੀ ਦੇ 3 ਬੇਟੇ। ਗੁਰੂ ਰਾਮਦਾਸ ਜੀ ਦੇ ਘਰ ਵੀ ਧੀ ਨਹੀਂ ਸੀ, 3 ਪੁੱਤਰ ਸੀ। ਬਲਵੰਡ ਦੇ ਘਰ ਵੀ 4 ਪੁੱਤਰ ਸੀ, ਧੀ ਨਹੀਂ ਸੀ। ਤਾਂ ਲਿਖਿਆ ਮਿਲਦਾ ਹੈ ਕਿ ਇਹ 3 ਘਰਾਂ ਦੇ ਵਿੱਚ ਇੱਕ ਲਾਡਲੀ ਸੀ। 3 ਘਰਾਂ ਦੇ ਵਿੱਚ ਇਹ ਲਾਡਲੀ ਧੀ ਸੀ। ਫਿਰ ਅੱਗੇ ਕਹਿੰਦੇ ਆ, ਜਦੋਂ ਭਾਈ ਬਲਵੰਡ ਜੀ ਉਹਨਾਂ ਨਾਲ ਬੈਠ ਕੇ ਸੰਗਤ ਵਿੱਚ ਕੀਰਤਨ ਕਰਦੀ ਤਾਂ ਸੰਗਤ ਬਹੁਤ ਪਿਆਰ ਸਤਿਕਾਰ ਤੇ ਲਾਡ ਕਰਦੀ। ਭਾਈ ਸੱਤਾ ਜੀ ਤੇ ਸੱਤਾ ਜੀ ਦੀ ਧਰਮ ਪਤਨੀ ਬੀਬੀ ਭੀਰਾ, ਮਹਾਰਾਜ ਨੇ ਇੱਕ ਦਿਨ ਇਹਨਾਂ ਦੋਵਾਂ ਨੂੰ ਸੱਦਿਆ ਔਰ ਸਲਾਹ ਕੀਤੀ ਕਿ ਫਰਵਾਈਆ ਜਵਾਨ ਹੋ ਗਈ ਆ ਤੇ ਕੋਈ ਰਿਸ਼ਤਾ ਲੱਭੀਏ। ਭਾਈ ਸੱਤਾ ਜੀ ਨੇ ਹੱਥ ਜੋੜ ਕੇ ਆਖਿਆ, ਮਹਾਰਾਜ ਜੋ ਤੁਹਾਡਾ ਹੁਕਮ ਹੋਵੇ। ਕੁਝ ਛੁਪਾਇਆ ਥੋੜੀ, ਕੁਝ ਲੁਕਾਇਆ ਥੋੜੀ ਹੈ। ਔਰ ਮਹਾਰਾਜ ਸੱਚੇ ਪਾਤਸ਼ਾਹ ਆਖਣ ਲੱਗੇ, ਮੈਂ ਇੱਕ ਰਿਸ਼ਤਾ ਧਿਆਨ 'ਚ ਰੱਖਿਆ ਆ ਤੇ ਜੇ ਤੁਹਾਨੂੰ ਮਨਜ਼ੂਰ ਹੋਵੇ ਤੇ ਆਪਾਂ ਹਾਂ ਕਰੀਏ। ਇਹਨਾਂ ਨੇ ਪੁੱਛਿਆ ਤੇ ਮਹਾਰਾਜ ਨੇ ਦੱਸਿਆ, ਸਾਈਂ ਮੀਆਂ ਮੀਰ ਦੇ ਪਰਿਵਾਰ ਵਿੱਚੋਂ ਨੌਜਵਾਨ ਕਰੀਮੁਲ ਕੁੰਮਾ ਉਸ ਬੱਚੇ ਦਾ ਨਾਂ ਆ ਰਿਹਾ। ਇਹ ਰਿਸ਼ਤਾ ਮੈਂ ਉਧਰ ਸੋਚ ਰਿਹਾ। ਔਰ ਲਿਖਿਆ ਆ ਰਿਹਾ ਕਿ ਭਾਈ ਸੱਤਾ ਜੀ ਨੇ ਆਖਿਆ, ਮਹਾਰਾਜ ਕਿੱਥੇ ਅਸੀਂ, ਕਿੱਥੇ ਭਾਈ ਸਾਈਂ ਮੀਆਂ ਮੀਰ ਦਾ ਪਰਿਵਾਰ, ਇਹ ਕਿੱਦਾਂ ਦਾ ਜੋੜ ਹੋਏਗਾ। ਔਰ ਗੁਰੂ ਅਰਜਨ ਸਾਹਿਬ ਨੇ ਬੜੇ ਪਿਆਰ ਨਾਲ ਆਖਿਆ, ਭਾਈ ਸੱਤਿਆ ਫਿਕਰ ਨਾ ਕਰ, ਅਸੀਂ ਬੈਠੇ ਆ ਨਾ। ਔਰ ਸਭ ਤੋਂ ਕਮਾਲ ਦੀ ਗੱਲ ਸੀ ਕਿ ਬੀਬੀ ਫਰਵਾਈਆ ਦਾ ਵਿਆਹ ਅੰਮ੍ਰਿਤਸਰ ਵਿੱਚ ਸਿੱਖ ਰਵਾਇਤਾਂ ਦੇ ਨਾਲ ਗੁਰੂ ਅਰਜਨ ਸਾਹਿਬ ਜੀ ਦੀ ਦੇਖ ਰੇਖ ਵਿੱਚ ਹੋਇਆ। ਹੁਣ ਰੁੱਸਣ ਵਾਲੀ ਕਹਾਣੀ ਕਿੱਧਰ ਗਈ? ਅਗਲੀ ਗੱਲ, ਇਸ ਵਾਰ ਦੇ ਵਿੱਚ ਆਪਾਂ ਨੂੰ ਪਾਠ ਮਿਲੇਗਾ, ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋਂ ਕੰਨ ਮੁਰਟੀਐ, ਦਿਲ ਖੋਟੇ ਆਕੀ ਫਿਰਨ, ਬਨ ਭਾਰ ਉਚਾਇਨ ਛਟੀਐ। ਗੁਰੂ ਨਾਨਕ ਸਾਹਿਬ ਦੇ ਪੁੱਤਰਾਂ ਨੇ ਗੁਰੂ ਕੌਲ, ਗੁਰੂ ਹੁਕਮ ਪਾਲਿਆ ਨਹੀਂ, ਮੁਨਕਰ ਹੋ ਗਏ, ਮੂੰਹ ਫੇਰ ਗਏ। ਉਹਨਾਂ ਨੇ ਗੁਰੂ ਅੰਗਦ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਦੇ ਆਖੇ ਲਾ ਕੇ ਨਮਸਕਾਰ ਨਹੀਂ ਕੀਤੀ, ਸਗੋਂ ਵਿਰੋਧ ਕੀਤਾ। ਇਹੋ ਜਿਹਾ ਸੱਚ ਲਿਖਣ ਤੇ ਪ੍ਰਚਾਰਨ ਸਦਕਾ ਉਦਾਸੀਆਂ ਦੇ ਮਹੰਤ ਮੇਵਾ ਦਾਸ, ਜਿਹੜੀ ਉਹ ਕਹਾਣੀ ਮੈਂ ਤੁਹਾਨੂੰ ਸੁਣਾ ਰਿਹਾ ਸੀ ਕਿ ਰੁੱਸ ਕੇ ਚਲੇ ਗਏ, ਪੈਸੇ ਮੰਗੇ, ਪੈਸੇ ਮਿਲੇ ਨਹੀਂ, ਇਹ ਕਹਾਣੀ ਮਹੰਤ ਮੇਵਾ ਦਾਸ, ਉਦਾਸੀਆਂ ਦਾ ਮਹੰਤ ਹੈ ਮੇਵਾ ਦਾਸ, ਉਹਨੇ ਘੜੀ। ਅੱਗੇ ਮਿਲਦਾ, ਈਰਖਾ ਵਸ ਭਾਈ ਸੱਤਾ ਜੀ ਬਲਵੰਡ ਜੀ ਉਹਨਾਂ ਨੂੰ ਬਦਨਾਮ ਕਰਨ ਲਈ ਇਹ ਮਨ ਘੜਤ ਕਹਾਣੀਆਂ ਘੜੀਆਂ ਗਈਆਂ। ਗੁਰੂ ਜੀ ਨਾਲੋਂ ਸ੍ਰੀ ਚੰਦ ਨੂੰ ਉੱਚਾ ਸਾਬਤ ਕਰਨ ਲਈ ਕਈ ਮਨ ਘੜਤ ਸਾਖੀਆਂ ਘੜ ਮਾਰੀਆਂ। ਦਾੜੀ ਨਾਲ ਚਰਨ ਝਾੜਨ ਵਾਲੀ ਗੱਲ, ਸੁਖਮਨੀ ਸਾਹਿਬ ਦਾ ਪਾਠ ਉਚਾਰਨ ਕਰਦਿਆਂ ਮਹਾਰਾਜ ਨੂੰ ਪਾਠ ਬੰਦ ਹੋ ਗਿਆ। ਫਿਰ ਸ੍ਰੀ ਚੰਦ ਨੇ ਇੱਕ ਸ਼ਲੋਕ ਉਚਾਰਨ ਕੀਤਾ, ਆਦ ਸੱਚ ਜੁਗਾਦ ਸੱਚ ਹੈ ਪੇ ਸੱਚ, ਨਾਨਕ ਹੋਸੀ ਪੀ ਸੱਚ। ਫਿਰ ਮਹਾਰਾਜ ਨੇ ਅਗਲੀ ਸਾਰੀ ਸੁਖਮਨੀ ਦਾ ਪਾਠ ਪੂਰਾ ਕੀਤਾ। ਇਹ ਕਹਾਣੀਆਂ ਮੇਵਾ ਦਾਸ ਨੇ ਘੜੀਆਂ ਸ੍ਰੀ ਚੰਦ ਨੂੰ ਗੁਰੂ ਸਾਹਿਬ ਨਾਲੋਂ ਉੱਚਾ ਦਿਖਾਉਣ ਲਈ। ਅੱਗੇ ਲਿਖਿਆ ਮਿਲ ਰਿਹਾ ਹੈ, ਸਿੱਖ ਮੁਸ਼ਕਲ ਸਮੇਂ ਘਰ ਘਾਟ ਛੱਡ ਕੇ ਜੰਗਲਾਂ 'ਚ ਜਾ ਚੁੱਕੇ ਸਨ, ਸੋ ਉਦਾਸੀਆਂ ਦੀਆਂ ਮਨ ਘੜਤ ਚੱਲ ਗਈਆਂ। ਜਾਨੀ ਇਹ ਕਹਾਣੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਬਾਅਦ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਘੜੀਆਂ ਗਈਆਂ।
ਸਿੱਖ ਮੁਸ਼ਕਲ ਸਮੇਂ ਸਨ, ਜੰਗਲਾਂ ਵਿੱਚ ਚਲੇ ਗਏ। ਉਦਾਸੀਆਂ ਨੇ ਮਨ ਘੜਤ ਕਹਾਣੀਆਂ ਘੜੀਆਂ ਤੇ ਉਹ ਚੱਲ ਗਈਆਂ। ਉਦਾਸੀਆਂ ਦੇ ਵਿੱਚੋਂ ਹੀ ਮਹੰਤ ਭਗਵਾਨ ਦਾਸ ਉਹਨੇ ਮੇਵਾ ਦਾਸ ਦਾ ਵਿਰੋਧ ਵੀ ਕੀਤਾ ਔਰ ਸਿੱਖਾਂ ਨੂੰ ਵੀ ਅਗਾਹ ਕੀਤਾ ਕਿ ਇਹ ਕੰਮ ਚੱਲ ਰਿਹਾ ਜੇ, ਧਿਆਨ ਰੱਖੋ। ਉਦਾਸੀਆਂ ਦੇ ਵਿੱਚੋਂ ਮਹੰਤ ਮੇਵਾ ਦਾਸ ਕਹਾਣੀਆਂ ਘੜ ਰਿਹਾ ਤੇ ਈਰਖਾ ਵਸ ਇਹ ਸਾਰਾ ਕੁਝ ਕਰ ਰਿਹਾ, ਔਰ ਉਦਾਸੀਆਂ ਦੇ ਵਿੱਚੋਂ ਹੀ ਮਹੰਤ ਭਗਵਾਨ ਦਾਸ ਜਿਹੜਾ ਉਹ ਅਗਾਹ ਵੀ ਕਰ ਰਿਹਾ ਸਿੱਖਾਂ ਨੂੰ ਕਿ ਆਹ ਕੁਝ ਕਰ ਰਿਹਾ ਜੇ, ਔਰ ਮਹੰਤ ਮੇਵਾ ਦਾਸ ਦਾ ਉਹਨੇ ਵਿਰੋਧ ਵੀ ਕੀਤਾ ਕਿ ਕੰਮ ਬੰਦ ਕਰ, ਆ ਗਲਤ ਆ ਜੋ ਤੂੰ ਕਰ ਰਿਹਾ। ਅਖੀਰਲੀ ਗੱਲ ਜੀ, ਇਹਨਾਂ ਦੋਨਾਂ ਨੇ ਲਗਭਗ 60 ਕੁ ਸਾਲ ਗੁਰੂ ਘਰ ਵਿੱਚ ਕੀਰਤਨ ਕੀਤਾ। ਦੋਨਾਂ ਨੇ 7 ਨਵੰਬਰ 1620 ਭਾਈ ਬਲਵੰਡ ਜੀ ਗੋਇੰਦਵਾਲ ਵਿਖੇ ਭਾਈ ਸਰੂਪ ਜੀ ਦੇ ਘਰ ਰਹਿੰਦਿਆਂ ਅਕਾਲ ਚਲਾਣਾ ਕਰ ਗਏ। ਔਰ ਭਾਈ ਬਲਵੰਡ ਜੀ ਦੇ ਅਕਾਲ ਚਲਾਣਾ ਕਰਨ ਵੇਲੇ ਗੁਰੂ ਹਰਗੋਬਿੰਦ ਸਾਹਿਬ ਉਚੇਚੇ ਤੌਰ ਤੇ ਗੋਇੰਦਵਾਲ ਸਾਹਿਬ ਪਹੁੰਚੇ। 92 ਸਾਲ ਦੀ ਉਮਰ ਭਾਈ ਬਲਵੰਡ ਨੇ ਹੰਡਾਈ ਹੈ ਤੇ ਭਾਈ ਸੱਤਾ ਜੀ 16 ਦਸੰਬਰ 1615 ਨੂੰ ਅੰਮ੍ਰਿਤਸਰ ਵਿੱਚ ਅਕਾਲ ਚਲਾਣਾ ਕਰ ਗਏ। ਇਹਨਾਂ ਦੀ ਉਮਰ ਲਗਭਗ 85 ਸਾਲ ਜਿਹੜੀ ਉਹ ਬਣਦੀ ਹੈ ਜੀ। ਤੋ ਇਹ ਮੋਟਾ ਅਸੀਂ ਜਾਣਕਾਰੀ ਇਕੱਠੀ ਕੀਤੀ, ਔਰ ਮੈਂ ਕਿਉਂਕਿ ਇਹ ਸਾਡਾ ਸੋਸ਼ਲ ਮੀਡੀਆ ਦੇ ਰਾਹੀਂ ਦੂਰ ਦਰਾਡੇ ਤੱਕ ਵੀ ਜਾਣਾ ਆ, ਮੈਂ ਸਭ ਵੀਰਾਂ ਭੈਣਾਂ ਨੂੰ ਵੀ ਬੇਨਤੀ ਕਰਦਾ ਕਿ ਜੇ ਆਪ ਸੰਗਤ ਕੋਲ ਕੋਈ ਇਸ ਤੋਂ ਵਧੀਆ ਜਾਣਕਾਰੀ ਹੋਵੇ ਤਾਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ ਤਾਂ ਕਿ ਇਹਨੂੰ ਹੋਰ ਦਰੁਸਤ ਕੀਤਾ ਜਾ ਸਕੇ। ਉਹਨਾਂ ਦੇ ਭਾਈ ਸੱਤਾ ਜੀ ਦੇ ਬਲਵੰਡ ਜੀ ਦੇ ਉਹਨਾਂ ਦਾ ਜਿਹੜਾ ਕੁਰਸੀਨਾਮਾ ਆ ਸਾਡੇ ਕੋਲ ਉਹ ਵੀ ਮੌਜੂਦ ਹੈ ਜੀ। ਭਾਈ ਬਲਵੰਡ ਜੀ ਦੇ ਲੱਕੜ ਦਾਦਾ, ਪੜਦਾਦਾ, ਦਾਦਾ ਦਾਦੀ, ਪਿਤਾ ਜੀ, ਮਾਤਾ ਜੀ, ਭਾਈ ਸੱਤਾ ਜੀ ਦੇ ਪਿਤਾ ਜੀ, ਮਾਤਾ ਜੀ, ਉਸ ਤੋਂ ਬਾਅਦ ਭਾਈ ਬਲਵੰਡ ਜੀ ਦੀ ਪਤਨੀ, ਭਾਈ ਸੱਤਾ ਜੀ ਦੀ ਪਤਨੀ, ਉਸ ਤੋਂ ਬਾਅਦ ਭਾਈ ਬਲਵੰਡ ਜੀ ਦੇ 4 ਬੇਟੇ, ਭਾਈ ਘੁਮਰਾ ਜੀ, ਭਾਈ ਸਰੂਪ ਜੀ, ਭਾਈ ਮੈਖਣ ਤੇ ਭਾਈ ਮੋਖਾ ਜੀ, ਤੇ ਸੱਤਾ ਜੀ ਦੇ ਬੇਟੇ ਵੀ 4, ਭਾਈ ਤਲਤ, ਤਾਰਨ ਜੀ, ਸਮੁੰਦ ਜੀ, ਰਖੜ ਜੀ, ਤੇ 5ਵੀਂ ਬੱਚੀ ਆ ਬੀਬੀ ਫੁਰਵਾਈਆ। ਸੋ ਇੱਥੇ ਇਹ ਵੀ ਲਿਖਿਆ ਮਿਲ ਰਿਹਾ ਕਿ ਇਹਨਾਂ ਦੇ ਗਾਂ ਪੁੱਤ ਪੋਤਰੇ ਪੜੋਤਰੇ 1928 ਤੱਕ ਖਡੂਰ ਸਾਹਿਬ ਦੇ ਅੰਦਰ ਕੀਰਤਨ ਦੇ ਵਿੱਚ ਰਹੇ ਆ। ਤੋ ਇਹਨਾਂ ਦੇ ਨਾਮ ਵੀ ਮਿਲਦੇ ਆ। ਜਿਹੜੇ ਪੋਤਰੇ ਇਹਨਾਂ ਦੇ ਭਾਈ ਕਾਲੂ ਜੀ, ਭਾਈ ਮਾਮੂ ਜੀ, ਪੜਪੋਤਰੇ ਭਾਈ ਮੁੰਦਾ ਜੀ, ਉਸ ਤੋਂ ਬਾਅਦ ਭਾਈ ਅਮੀਰ ਜੀ, ਭਾਈ ਹਾਕੋ ਜੀ, ਇਹ ਖਡੂਰ ਸਾਹਿਬ ਰਹੇ ਆ ਜੀ। ਭਾਈ ਹਾਕੋ ਦਾ ਬੇਟਾ ਭਾਈ ਗਾਮ, ਇਹ ਖਡੂਰ ਸਾਹਿਬ ਕੀਰਤਨ ਕਰਦਾ ਰਿਹਾ ਜੀ। ਭਾਈ ਗਾਮ ਦੇ ਤਾਏ ਦੇ ਪੁੱਤ ਭਾਈ ਵਸਾਵਾ, ਭਾਈ ਵਧਾਵਾ, ਭਾਈ ਹਾਕੋ ਅੰਮ੍ਰਿਤਸਰ ਦਰਬਾਰ ਸਾਹਿਬ ਕੀਰਤਨ ਕਰਦੇ ਰਹੇ। ਇਹ ਸਾਰੀ ਜਾਣਕਾਰੀ ਜਿਹੜੀ ਇੰਨੀ ਕੁ ਸਾਡੇ ਕੋਲ ਇਕੱਠੀ ਹੋਈ ਹੈ ਜੀ। ਔਰ ਅਸੀਂ ਕੋਸ਼ਿਸ਼ ਵਿੱਚ ਹਾਂ ਕਿ ਸਾਡੇ ਕੋਲ ਜਿਵੇਂ ਗੁਰੂ ਸਾਹਿਬ ਜੀ ਦਾ ਇਤਿਹਾਸ ਹੈ, ਗੁਰੂ ਸਾਹਿਬ ਜੀ ਦੀਆਂ ਜੀਵਨ ਘਟਨਾਵਾਂ ਸਾਡੇ ਕੋਲ ਮੌਜੂਦ ਨੇ, ਤਾਂ ਭਾਈ ਸੱਤਾ ਜੀ ਬਲਵੰਡ ਜੀ ਬਾਰੇ ਕੋਈ ਬਹੁਤੇ ਪੁਖਤਾ ਜਿਹੜੇ ਤੱਥ ਆ ਉਹ ਸਾਡੇ ਕੋਲ ਮੌਜੂਦ ਨਹੀਂ ਸੀ। ਜਿੰਨਾ ਕੁ ਅਸੀਂ ਕਰ ਸਕੇ, ਜਿੰਨਾ ਕੁ ਅਸੀਂ ਲੱਭ ਸਕੇ, ਉਹਨਾਂ ਕੁ ਅਸੀਂ ਆਪ ਜੀ ਨਾਲ ਸਾਂਝਾ ਕੀਤਾ ਆ। ਔਰ ਜੇ ਫਿਰ ਵੀ ਕਿਸੇ ਕੋਲ ਹੋਰ ਜਾਣਕਾਰੀ ਹੋਵੇ ਤਾਂ ਆਪ ਜੀ ਸਾਡੇ ਨਾਲ ਸਾਂਝੀ ਕਰੋ, ਪਹੁੰਚਾਓ ਸਾਡੇ ਤੱਕ, ਤਾਂ ਕਿ ਅਸੀਂ ਇਸ ਜਾਣਕਾਰੀ ਨੂੰ ਪ੍ਰਚਾਰ ਪ੍ਰਸਾਰ ਹਿੱਤ ਸੰਗਤਾਂ ਦੇ ਨਾਲ ਸਾਂਝਾ ਕਰ ਸਕੀਏ। ਸੋ ਆਓ ਜੀ ਹੁਣ ਆਪਾਂ ਇਸ ਵਾਰ ਦੇ ਪਾਠ ਨਾਲ ਜੁੜਦੇ ਹਾਂ ਤਾਂ ਕਿ
ਜੋ ਭਾਈ ਸੱਤਾ ਜੀ ਬਲਵੰਡ ਜੀ ਜੋ ਉਹਨਾਂ ਨੇ ਲਿਖਿਆ, ਜੋ ਉਹਨਾਂ ਨੇ ਕਿਹਾ, ਔਰ ਗੁਰੂ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਬਰਾਬਰ ਉਸ ਨੂੰ ਪ੍ਰਵਾਨ ਕੀਤਾ ਤੇ ਸਤਿਕਾਰ ਮਾਣ ਉਨਾ ਹੀ ਦਿੱਤਾ ਜਿੰਨਾ ਉਹਨਾਂ ਨੇ ਬਾਕੀ ਗੁਰੂ ਸਾਹਿਬ ਦੀ ਬਾਣੀ ਨੂੰ ਦਿੱਤਾ। ਸੋ ਆਓ ਅਸੀਂ ਦੇਖਦੇ ਹਾਂ ਕਿ ਇਸ ਵਾਰ ਦੇ ਅੰਦਰ ਕਿੰਨਾ ਸ਼ਬਦਾਂ ਦੇ ਰਾਹੀਂ ਗੁਰੂ ਸਾਹਿਬ ਦੀ ਉਹ ਵਡਿਆਈ ਕਰਦੇ ਆ। ਇੱਕ ਵਾਰੀ ਆਪਾਂ ਆਰੰਭ ਤੋਂ ਸ਼ੁਰੂ ਕਰ ਲਈਏ। ਹਾਂਜੀ ਹਾਂਜੀ, ਸਰਲੇਖ ਤੋਂ ਹੀ ਕਰ ਲਈਏ। ਇਕ ਓੰਕਾਰ ਸਤਿ ਗੁਰ ਪ੍ਰਸਾਦ, ਰਾਮ ਕਲੀ ਕੀ ਵਾਰ ਰਾਏ ਬਲਵੰਡ, ਤਥਾ ਸਤੈ ਢੂਮ ਆਖੀ। ਨਾਉ ਕਰਤਾ ਕਾਦਰ ਕਰੇ, ਕਿਉ ਬੋਲ ਹੋਵੈ ਜੋ ਕੀਮਤੈ। ਦੇ ਗੁਣਾ ਸਤ ਭੈਣ ਭਰਾਵ ਹੈ, ਪਾਰੰਗਤ ਦਾਨ ਪੜੀ ਮਦੈ। ਨਾਨਕ ਰਾਜ ਚਲਾਇਆ, ਸਚ ਕੋਟ ਸਤਾਣੀ ਨੀਮਦੈ। ਨਾਨਕ ਨੇ ਰਾਜ ਚਲਾਇਆ, ਸੱਚ ਕੋਟ ਸਤਾਣੀ ਨੀਮਦੈ। ਬਹੁਤੀਆਂ ਬਲ ਵਾਲੀਆਂ ਨੀਆਂ ਬਣਾ ਕੇ, ਸਤਾਣੀਆਂ ਨੀਆਂ, ਬਹੁਤੀਆਂ ਤਾਕਤਵਰ ਨੀਆਂ ਬਣਾ ਕੇ ਇਹਦੇ ਤੇ ਸੱਚ ਦਾ ਕਿਲ੍ਹਾ ਉਸਾਰਿਆ ਆ। ਨਾਨਕ ਰਾਜ ਚਲਾਇਆ, ਸਿਹਾਰੀ ਹੈ ਨਾਨਕ ਦੇ ਲੱਗੀ ਹੋਈ, ਨਾਨਕ ਨੇ ਰਾਜ ਚਲਾਇਆ। ਤਕੜੇ ਰਹੀਏ ਆਪਾਂ। ਨਾਨਕ ਰਾਜ ਚਲਾਇਆ, ਉਸ ਰਾਜ ਜਿਹੜਾ ਨਾਨਕ ਨੇ ਚਲਾਇਆ ਨਾ, ਉਹਨੂੰ ਠੇਸ ਪਹੁੰਚਾਉਣ ਲਈ, ਉਹਨੂੰ ਧੁੰਦਲਾ ਕਰਨ ਲਈ ਬੜਾ ਜ਼ੋਰ ਲੱਗਾ ਪਿਆ ਆ। ਬੜਾ ਕੂੜ ਕਬਾੜ ਪ੍ਰਦਾਨ ਕੀਤਾ ਜਾ ਰਿਹਾ। ਸੱਚ ਕੋਟ ਸਤਾਣੀ ਨੀਮ ਦਾ, ਜਿਹੜੀਆਂ ਮਜ਼ਬੂਤ ਨੀਆਂ ਦੇ ਕੇ ਗੁਰੂ ਨਾਨਕ ਸਾਹਿਬ ਨੇ ਸੱਚ ਦਾ ਕਿਲ੍ਹਾ ਉਸਾਰਿਆ ਹੈ ਨਾ, ਇਹਦੀਆਂ ਨੀਆਂ ਖੋਖਲੀਆਂ ਕੀਤੀਆਂ ਜਾ ਰਹੀਆਂ। ਔਰ ਜਿੱਥੇ ਬਾਹਰਲੇ ਲੱਗੇ ਨੇ, ਦੁਸ਼ਮਣ ਲੱਗੇ ਨੇ, ਉੱਥੇ ਸਾਡੇ ਵਿੱਚੋਂ ਆਪਣੇ ਸਾਡੇ ਵੀ ਲੱਗੇ ਨੇ। ਇਹ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਰ ਇਹ ਢਹਿਣਾ ਨਹੀਂ, ਇਹ ਕਿਲ੍ਹਾ ਢਹਿਣਾ ਨਹੀਂ। ਕਿੰਨੀਆਂ ਸਦੀਆਂ ਤੋਂ ਲਗਾਤਾਰ ਜ਼ੋਰ ਲੱਗਦਾ ਆ ਰਿਹਾ, ਲੇਕਿਨ ਇਹ ਕੰਮ ਸਿੱਖੀ ਦਾ ਮਹਿਲ ਫਿਰ ਭਾਵੇਂ ਅਸੀਂ ਘਟ ਜਾਂਦੇ ਹਾਂ, ਥੋੜੇ ਰਹਿ ਜਾਂਦੇ ਹਾਂ, ਆਖਰ ਕੁਛ ਨਾ ਕੁਛ ਐਸਾ ਵਾਪਰਦਾ ਹੈ ਕਿ ਇਹ ਫੇਰ ਮਜ਼ਬੂਤ ਹੋ ਜਾਂਦਾ ਹੈ। ਬੜੀ ਵਾਰੀ ਇਦਾਂ ਹੋਇਆ। ਤਾਂ ਉਹਦੇ ਲਈ ਸਾਨੂੰ ਹੀ ਤਕੜਿਆ ਹੋਣਾ ਪਏਗਾ। ਜੇ ਦੁਸ਼ਮਣ ਜ਼ੋਰ ਲਾ ਰਿਹਾ ਨਾ ਤੇ ਸਾਡੇ ਅੰਦਰਲੇ ਸ਼ੈ ਦੇ ਰਹੇ ਨੇ, ਤਾਂ ਉਹਦੇ ਲਈ ਸਾਨੂੰ ਸਾਰਿਆਂ ਨੂੰ ਤਕੜਿਆਂ ਹੋਣਾ ਪਏਗਾ। ਹਾਂਜੀ। ਰਹਿਣੇ ਧਰਿਉ ਛਤ ਸਿਰ, ਕਰ ਸਿੱਖੀ ਅੰਮ੍ਰਿਤ ਪੀਵਦੈ। ਵਾਹ ਵਾਹ। ਮਤ ਗੁਰ ਆਤਮ ਦੇਵ ਦੀ, ਖੜਗ ਜ਼ੋਰ ਪ੍ਰਕੋਏ ਜੀਦੈ। ਗੁਰ ਚੇਲੇ ਰਹਿਰਾਸ ਕੀ, ਨਾਨਕ ਸਲਾਮਤ ਥੀਮਦੈ। ਨਾਨਕ ਜੀ ਨੇ ਸਲਾਮਤ ਹੁੰਦਿਆਂ ਹੋਇਆਂ, ਨਾਨਕ ਜੀ ਨੇ ਸਲਾਮਤ ਹੁੰਦਿਆਂ ਹੋਇਆਂ, ਜਿਉਂਦਿਆਂ ਆਪਣੀ ਦੇਖ ਰੇਖ ਵਿੱਚ ਆਪਣੇ ਚੇਲੇ ਭਾਈ ਲਹਿਣੇ ਨੂੰ ਰਹਿਰਾਸ ਦਾ ਅਰਥ ਹੈ ਨਮਸਕਾਰ ਕੀਤੀ। 1539 ਦਾ ਉਹ ਸਮਾਂ ਆ, ਕਰਤਾਰਪੁਰ ਸਾਹਿਬ ਦੀ ਉਹ ਧਰਤੀ ਆ, ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਚੇਲੇ ਭਾਈ ਲਹਿਣਾ ਜੀ ਨੂੰ ਆਪਣੇ ਵਾਲੀ ਜਗ੍ਹਾ ਤੇ ਬਿਠਾ ਕੇ ਸੀਸ ਨਿਵਾਇਆ। ਔਰ ਜਿਹੜੀ ਬਾਣੀ, ਭਗਤ ਬਾਣੀ ਗੁਰੂ ਨਾਨਕ ਸਾਹਿਬ ਨੇ ਉਦਾਸੀਆਂ ਦੇ ਦੌਰਾਨ ਇਕੱਠੀ ਕੀਤੀ ਸੀ ਨਾ ਪੋਥੀ ਦੇ ਅੰਦਰ, ਤੇ ਆਪਣੀ 19 ਰਾਗਾਂ ਦੀ ਬਾਣੀ, ਗੁਰੂ ਨਾਨਕ ਸਾਹਿਬ ਦੀ ਆਪ ਦੀ ਬਾਣੀ 19 ਰਾਗਾਂ 'ਚ ਹੈ, ਤੇ 15 ਭਗਤਾਂ ਦੀ ਬਾਣੀ ਜਿਹੜੀ ਗੁਰੂ ਨਾਨਕ ਸਾਹਿਬ ਨੇ ਨਾਲ ਇਕੱਠੀ ਕੀਤੀ ਆ।
ਉਹ ਸਾਰੀ ਬਾਣੀ ਦੀ ਪੋਥੀ ਗੁਰੂ ਨਾਨਕ ਸਾਹਿਬ ਜੀ ਨੇ ਨਮਸਕਾਰ ਕਰਨ ਵੇਲੇ ਭਾਈ ਲਹਿਣਾ ਜੀ ਦੇ ਸਪੁਰਦ ਕੀਤੀ, ਨਮਸਕਾਰ ਕੀਤੀ। ਜਰਾ ਕ ਅੰਦਾਜ਼ਾ ਲਾਓ ਕੈਸਾ ਦ੍ਰਿਸ਼ ਹੋਏਗਾ, ਕਿੱਦਾਂ ਦਾ ਮਾਹੌਲ ਹੋਏਗਾ। ਜਿੱਥੇ ਇੱਕ ਪਾਸੇ ਵੈਰਾਗ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੇ ਗੱਦੀ ਬਖਸ਼ ਰਹੇ ਆ, ਨਮਸਕਾਰ ਕਰ ਰਹੇ ਆ, ਜ਼ਿੰਮੇਵਾਰੀ ਸਾਰੀ ਭਾਈ ਲਹਿਣਾ ਜੀ ਨੂੰ ਦੇ ਰਿਹਾ, ਤੇ ਦਿਸ ਰਿਹਾ ਕਿ ਗੁਰੂ ਨਾਨਕ ਸਾਹਿਬ ਸਰੀਰਕ ਤੌਰ ਤੇ ਬਹੁਤੀ ਦੇਰ ਹੁਣ ਸਾਡੇ ਵਿੱਚ ਨਹੀਂ ਆ। ਕੈਸਾ ਮਾਹੌਲ ਹੈ। ਦੂਜਾ ਪਾਸਾ ਵੇਖੋ ਕਿ ਸੰਗਤ ਵਿੱਚ ਵਿਚਰਨ ਵਾਲਾ ਆਮ ਸਿੱਖ, ਸੰਗਤ ਵਿੱਚ ਬੈਠਣ ਵਾਲਾ, ਸੇਵਾ ਕਰਨ ਵਾਲਾ ਆਮ ਸਿੱਖ ਅੱਜ ਗੁਰੂ ਨਾਨਕ ਸਾਹਿਬ ਦੀ ਜਗ੍ਹਾ ਤੇ ਬੈਠਾ ਹੈ, ਤੇ ਔਰ ਉਹ ਮਾਣ ਸਤਿਕਾਰ ਗੁਰੂ ਨਾਨਕ ਸਾਹਿਬ ਕੋਲੋਂ ਪ੍ਰਾਪਤ ਕਰ ਰਿਹਾ। ਕਿੱਡਾ ਵੱਡਾ ਰੁਤਬਾ ਆ। ਕਿੱਡਾ ਵੱਡਾ ਰੁਤਬਾ। ਸਤਿਗੁਰੂ ਨੇ ਆਖਿਆ, ਆਂਦੇ ਨੇ ਸੱਤਾ ਜੀ ਬਲਵੰਡ ਜੀ ਕਹਿੰਦੇ ਨੇ, ਗੁਰੂ ਨੇ ਚੇਲੇ ਰਹਿਰਾਸ ਕੀ, ਚੇਲੇ ਨੂੰ ਨਮਸਕਾਰ ਕੀਤੀ, ਪ੍ਰਣਾਮ ਕੀਤੀ। ਨਾਨਕ ਸਲਾਮਤ ਥੀਵੰਦ ਹੈ, ਨਾਨਕ ਜੀ ਨੇ ਸਲਾਮਤ ਹੁੰਦਿਆਂ, ਔਰ ਇਤਿਹਾਸਕ ਗਵਾਹੀ ਹੈ ਗੁਰੂ ਨਾਨਕ ਸਾਹਿਬ ਨੇ ਜੋਤੀ ਜੋਤ ਸਮਾਉਣ ਤੋਂ 4 ਦਿਨ ਪਹਿਲਾਂ ਇਹ ਜ਼ਿੰਮੇਵਾਰੀ ਸਤਿਕਾਰਯੋਗ ਭਾਈ ਲਹਿਣਾ ਜੀ ਨੂੰ ਬਖਸ਼ ਦਿੱਤੀ ਸੀ। ਹਾਂਜੀ, ਸ਼ਹ ਟਿੱਕਾ ਦਿਤੋਸ ਜੀਵੰਦੈ, ਜਿਉਂਦਿਆਂ ਟਿੱਕਾ, ਜਿਉਂਦਿਆਂ ਇਹ ਮਾਣ ਭਾਈ ਲਹਿਣਾ ਜੀ ਨੂੰ ਬਖਸ਼ ਦਿੱਤਾ ਗਿਆ। ਹਾਂਜੀ, ਲਹਿਣੇ ਦੀ ਫੇਰਾਈਐ, ਨਾਨਕਾ ਦੋਹੀ ਖਟੀਐ, ਵਾਹ ਵਾਹ। ਜੋਤ ਕੋਹਾ ਜੁਗਤ ਸਾਏ, ਸ਼ਹ ਕਾਇਆ ਫੇਰ ਪਲਟੀਐ। ਲੈਣੇ ਦੀ ਫੇਰ ਆਈ ਐ, ਨਾਨਕਾ ਦੋਹੀ ਖੱਟੀ ਐ। ਗੁਰੂ ਨਾਨਕ ਦੀ ਵਡਿਆਈ ਦੀ ਦੋਹੀ ਜੈ ਜੈਕਾਰ ਆਸੇ ਪਾਸੇ ਫੈਲ ਗਈ। ਵਾਹ, ਕਿੱਡਾ ਵੱਡਾ ਕੰਮ ਕੀਤਾ। ਪੁੱਤਰਾਂ ਨੂੰ ਪਾਸੇ ਕਰਕੇ ਸੇਵਾਦਾਰ ਨੂੰ ਇਹ ਮਾਣ ਦੇਣਾ, ਇਹ ਛੋਟਾ ਮਸਲਾ ਨਹੀਂ ਸੀ, ਇਹ ਛੋਟੀ ਗੱਲ ਨਹੀਂ ਸੀ। ਆਲੇ ਦੁਆਲੇ ਦੇ ਅੰਦਰ ਤਾਂ ਇਹੋ ਹੀ ਸਾਰੇ ਸੋਚ ਕੇ ਬੈਠੇ ਆ ਨਾ, ਇਹ ਲਿਖਿਆ ਮਿਲਦਾ ਹੈ। ਆਲੇ ਦੁਆਲੇ ਦੇ ਲੋਕ ਤਾਂ ਇਹ ਸੋਚ ਕੇ ਬੈਠੇ ਆ ਕਿ ਪਿਤਾ ਦੀ ਵਿਰਾਸਤ ਹੈ, ਪੁੱਤਰਾਂ ਨੂੰ ਹੀ ਮਿਲਣੀ ਹੈ, ਹੋਰ ਕਿੱਧਰ ਜਾ ਸਕਦੀ ਹੈ। ਔਰ ਬਹੁਤਿਆਂ ਦੀ ਉਮੀਦ ਇਹ ਸੀ ਕਿ ਵੱਡਾ ਪੁੱਤਰ ਸ੍ਰੀ ਚੰਦ ਹੈ, ਔਰ ਸ੍ਰੀ ਚੰਦ ਹੀ ਅੱਗੋਂ ਵਾਰਸ ਹੋਏਗਾ। ਸ੍ਰੀ ਚੰਦ ਹੀ ਵਾਰਸ ਹੋਏਗਾ। ਪਰ ਹੁਣ ਆਪਾਂ ਅੱਗੇ ਪੜਾਂਗੇ, ਜਦੋਂ ਸਤਿਕਾਰਯੋਗ ਭਾਈ ਸੱਤਾ ਜੀ ਨੇ, ਬਲਵੰਡ ਜੀ ਨੇ ਇਹ ਬੋਲ ਲਿਖੇ ਆ ਤਾਂ ਕਮਾਲ ਕਰ ਦਿੱਤੀ। ਜੋਤ ਉਹਾ ਜੁਗਤ ਸਾਏ, ਜੋਤ ਵੀ ਉਹ, ਜੁਗਤੀ ਵੀ ਉਹ ਗੁਰੂ ਨਾਨਕ ਵਾਲੀ। ਨਾ ਜੁਗਤੀ ਵਿੱਚ ਫਰਕ ਪਿਆ, ਨਾ ਜੋਤ ਵਿੱਚ ਫਰਕ ਪਿਆ। ਫਰਕ ਕਿੱਥੇ ਪਿਆ? ਸ਼ਹਿ ਕਾਇਆ ਫੇਰ ਪਲਟੀ ਹੈ। ਸਿਰਫ ਕਾਇਆ ਪਲਟੀ, ਸਰੀਰ ਪਲਟਿਆ, ਸਰੀਰ ਬਦਲੀ ਹੋਇਆ। ਨਾ ਜੋਤ ਬਦਲੀ ਹੋਈ, ਨਾ ਜੁਗਤ ਬਦਲੀ ਹੋਈ। ਵਿਚਾਰਧਾਰਾ ਵੀ ਉਹ ਹੈ, ਤੇ ਵਿਚਾਰਧਾਰਾ ਦੇ ਉੱਤੇ ਪਹਿਰਾ ਦੇਣਾ, ਉਹਨੂੰ ਪ੍ਰਚਾਰਨਾ, ਪ੍ਰਸਾਰਨਾ, ਲਾਗੂ ਕਰਨਾ, ਉਹ ਢੰਗ ਵੀ ਸਾਰਾ ਉਹੋ ਹੀ ਹੈ। ਹਾਂਜੀ, ਝੁਲੈ ਸੋ ਛਤ ਨਿਰੰਜਨੀ, ਮਲ ਤਖਤ ਬੈਠਾ ਗੁਰ ਹਟੀਐ। ਕਰੈ ਜੇ ਗੁਰ ਫਰਮਾਇਆ, ਸਿਲ ਜੋਗ ਅਲੂਣੀ ਚਟੀਐ। ਕਰੈ ਜੇ ਗੁਰ ਫਰਮਾਇਆ, ਜੋ ਗੁਰੂ ਨੇ ਆਖਿਆ ਲੈਣਾ ਜੀ ਉਹ ਕਰ ਰਹੇ ਆ। ਤੇ ਨਾਲ ਸ਼ਬਦ ਪਤਾ ਕੀ ਵਰਤਿਆ? ਸਿਲ ਜੋਗ ਅਲੂਣੀ ਚੱਟੀਐ। ਅਲੂਣੀ ਸਿਲ, ਔਖਾ ਕੰਮ ਆ, ਪਰ ਚੱਟੀ ਜਾ ਰਹੀ ਆ। ਔਖੇ ਕੰਮ ਨੂੰ ਸੌਖਿਆਂ ਕੀਤਾ ਜਾ ਰਿਹਾ, ਖੁਸ਼ੀ ਨਾਲ, ਪ੍ਰਸੰਨਤਾ ਦੇ ਨਾਲ, ਚੜ੍ਹਦੀ ਕਲਾ ਦੇ ਨਾਲ ਨਿਭਾਇਆ ਜਾ ਰਿਹਾ। ਹਾਂਜੀ, ਡੰਗਰ ਚੱਲੈ ਗੁਰ ਸ਼ਬਦ ਹਰ, ਫੋਟ ਨਾ ਆਵੀ ਖਟੀਐ। ਹਾਂਜੀ, ਇੱਥੇ ਅਸੀਂ ਇੱਕ ਲੰਗਰ ਦੇ ਬਾਰੇ ਤੇ ਜਾਣਦੇ ਹਾਂ ਕਿ
ਜਿਵੇਂ ਅੱਗੇ ਆਏਗਾ ਵੀ ਲੰਗਰ ਉੱਥੇ ਖੀਰ ਦਾ ਚੱਲਦਾ ਆ, ਉਹਦੇ 'ਚ ਘਿਓ ਪਾਇਆ ਹੋਇਆ ਆ, ਪਰ ਸਭ ਤੋਂ ਪਹਿਲਾਂ ਉਹਨਾਂ ਨੇ ਜ਼ਿਕਰ ਕੀਤਾ ਲੰਗਰ ਚੱਲੈ ਗੁਰ ਸ਼ਬਦ ਹਾਰ, ਅਕਾਲ ਪੁਰਖ ਜੀ ਦੇ ਸ਼ਬਦ ਦਾ ਲੰਗਰ ਚੱਲ ਰਿਹਾ ਆ। ਸਤਿਗੁਰੂ ਦੇ ਸ਼ਬਦ ਦੀ ਵਡਿਆਈ ਵੰਡੀ ਜਾ ਰਹੀ ਆ, ਪਰੋਸੀ ਜਾ ਰਹੀ ਆ। ਹਾਂਜੀ, ਖਰਚੇ ਦਿੱਤ ਸਮਦੀ ਆਪ ਖੈਂਦੀ ਖੈਰਤ ਵੱਟੀ ਹੈ। ਹਾਂ, ਗੁਰੂ ਸਾਹਿਬ ਨੇ ਆਪ ਵੀ ਉਸ ਨੂੰ ਖਾਧਾ ਔਰ ਦੂਜਿਆਂ ਨੂੰ ਵੀ ਵੰਡਿਆ। ਹੋਵੈ ਸਿਫਤ ਕਸਮਦੀ ਨੂਰ ਅਰਸ਼ੋਂ ਕੁਰਸੋਂ ਚੱਟੀ ਹੈ। ਵਾਹ, ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ। ਹੇ ਗੁਰੂ ਅੰਗਦ ਸਾਹਿਬ, ਤੁਹਾਡੇ ਦਰਸ਼ਨ ਕੀਤਿਆਂ ਤੇ ਜਨਮ ਜਨਮ ਦੀ ਮੈਲ ਲੈਂਦੀ ਆ। ਹੇ ਗੁਰੂ ਅੰਗਦ ਸਾਹਿਬ, ਤੁਹਾਡੇ ਦਰਸ਼ਨ ਕੀਤਿਆਂ ਤੇ ਜਨਮ ਜਨਮ ਦੀ ਮੈਲ ਲੈਂਦੀ ਆ, ਕੱਟੀ ਜਾਂਦੀ ਆ। ਪਵਿੱਤਰ ਹੋ ਜਾਈਦਾ ਤੁਹਾਡੇ ਦਰਸ਼ਨ ਕੀਤਿਆਂ। ਕੌਣ ਕਹਿ ਰਿਹਾ? ਭਾਈ ਬਲਵੰਡ। ਹਾਂਜੀ, ਸੱਚ ਜੇ ਗੁਰ ਫਰਮਾਇਆ ਕਿਉਂ ਇਹ ਤੂੰ ਬੋਲੋਂ ਹਟੀ ਹੈ। ਇਹਨਾਂ ਬੋਲਾਂ ਤੋਂ ਕਿਉਂ ਹਟ ਗਏ, ਕਿਉਂ ਪਿੱਛੇ ਹਟ ਗਏ? ਇਹਨਾਂ ਬੋਲਾਂ ਤੋਂ ਮੂੰਹ ਕਿਉਂ ਫੇਰੀਏ? ਜੋ ਗੁਰੂ ਨੇ ਫਰਮਾਇਆ, ਜੋ ਗੁਰੂ ਨੇ ਆਖਿਆ, ਉਹ ਕਰਨਾ ਆ। ਵਾਹ ਵਾਹ। ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮੁਰੱਟੀ ਹੈ। ਹਾਂ, ਪੁੱਤਰਾਂ ਨੇ ਕੌਲ ਨਹੀਂ ਪਾਲਿਆ। ਗੁਰੂ ਨਾਨਕ ਦੇ ਪੁੱਤਰਾਂ ਨੇ ਗੁਰੂ ਦੇ ਹੁਕਮ ਨੂੰ ਪਾਲਿਆ ਨਹੀਂ, ਉਹਨਾਂ ਨੇ ਮੰਨਿਆ ਨਹੀਂ, ਸਵੀਕਾਰ ਨਹੀਂ ਕੀਤਾ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ, ਹਾਲਾਂਕਿ ਇੱਕ ਗੱਲ ਹੋਰ ਧਿਆਨ 'ਚ ਰੱਖਣਾ ਜੀ, ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰਾਂ ਨੇ ਸਿੱਖੀ ਤੋਂ ਮੂੰਹ ਨਹੀਂ ਮੋੜਿਆ। ਉਹ ਗੁਰੂ ਨਾਨਕ ਸਾਹਿਬ ਜੀ ਦੇ ਵਿਰੋਧ ਵਿੱਚ ਨਹੀਂ ਸਨ, ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਦੇ ਵਿਰੋਧ ਵਿੱਚ ਨਹੀਂ ਸਨ। ਰੌਲਾ ਕਿੱਥੇ ਆਣ ਕੇ ਪਿਆ? ਗੁਰਤਾ ਗੱਦੀ ਵੇਲੇ। ਕਿਉਂਕਿ ਅਚਨਚੇਤੀ ਬਿਨਾਂ ਕਹਿਆਂ, ਬਿਨਾਂ ਸੁਣਿਆ, ਬਿਨਾਂ ਕੁਝ ਗੱਲਬਾਤ ਕੀਤਿਆਂ ਇੱਕ ਅਸ਼ੋਪਲੇ ਜੇ ਮਨ 'ਚ ਆਪਣੇ ਆਪ ਹੀ ਬਣਿਆ ਹੋਇਆ ਕਿ ਪਿਓ ਤੋਂ ਬਾਅਦ ਪੁੱਤਰ ਦੀ ਵਾਰੀ ਹੈ। ਤੇ ਇਹ ਪੂਰੀ ਦੁਨੀਆ 'ਚ ਹੋ ਰਿਹਾ। ਜਿੰਨੇ ਬਾਦਸ਼ਾਹ ਨੇ, ਸ਼ਾਹ ਨੇ, ਰਾਜੇ ਨੇ, ਆਖਰ ਉਹ ਆਪਣੇ ਪੁੱਤਰ ਨੂੰ ਹੀ ਸਾਰਾ ਕੁਝ ਦਿੰਦੇ ਆ ਨਾ। ਹੁਣ ਇੱਕ ਵੇਗ ਬਣਿਆ ਹੋਇਆ, ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਵੇਗ ਤੋਂ ਉਲਟ ਕੰਮ ਕਰ ਲਿਆ। ਉਹਨਾਂ ਨੇ ਪੁੱਤਰ ਨੂੰ ਮਾਣ ਦੇਣ ਦੀ ਥਾਂ ਤੇ, ਪੁੱਤਰ ਨੂੰ ਯੋਗ ਜਾਣਨ ਦੀ ਥਾਂ ਤੇ, ਉਹਨਾਂ ਨੇ ਆਪਣੇ ਸੇਵਾਦਾਰ ਬਾਬਾ ਲਹਿਣਾ ਜੀ ਨੂੰ ਯੋਗ ਜਾਣਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਕੁਝ ਛੁਪਿਆ ਥੋੜੀ ਹੈ। ਹੁਣ ਆਖਰ ਲਗਭਗ 18 ਕੁ ਸਾਲ ਸਤਿਗੁਰੂ ਜੀ ਕਰਤਾਰਪੁਰ 'ਚ ਰਹੇ ਆ। ਅਖੀਰਲਾ ਸਮਾਂ 18 ਕੁ ਸਾਲ। ਤੇ ਜਦੋਂ ਪਹਿਲਾ ਸਮਾਂ ਪ੍ਰਚਾਰ ਫੇਰੀਆਂ 'ਚ ਬੀਤ ਗਿਆ ਤੇ 18 ਕੁ ਸਾਲ ਜਿਹੜਾ ਕਰਤਾਰਪੁਰ ਦੇ ਵਿੱਚ ਰਹਿਣਾ, 18 ਸਾਲਾਂ ਦੇ ਦੌਰਾਨ ਚਾਲ ਚੱਲਣ ਕਿਸੇ ਦਾ ਪਰਖਣਾ, ਕਿਸੇ ਨੂੰ ਜਾਣਨਾ, ਪਛਾਣਨਾ। ਤੇ ਅਸੀਂ ਸਾਰੇ ਇਸ ਗੱਲ ਨੂੰ ਜਾਣਦੇ ਹਾਂ ਕਿ ਗੁਰੂ ਨਾਨਕ ਸਾਹਿਬ ਤਾਂ 2 ਘੰਟੇ, 1 ਘੰਟਾ ਜਾਂ 1 ਦਿਨ ਕਿਸੇ ਕੋਲ ਬਹਿੰਦੇ ਸੀ ਤਾਂ ਉਹ ਜੀਵਨ ਨੂੰ ਪੜ੍ਹ ਕੇ ਉਹਦੇ ਸਾਹਮਣੇ ਸਾਰਾ ਕੁਝ ਰੱਖ ਦਿੰਦੇ ਸੀ। ਸੱਜਣ ਕੋਲ ਕਿੰਨਾ ਚਿਰ ਰਹੇ? ਉੱਥੇ ਹਫ਼ਤਾ ਥੋੜੀ ਬੈਠੇ ਰਹੇ ਜਾਂ ਮਹੀਨਾ ਥੋੜੀ ਬੈਠੇ ਰਹੇ। ਇੱਥੇ 18 ਸਾਲ ਦਾ ਸਮਾਂ ਆ ਤਾਂ ਮਹਾਰਾਜ ਤੋਂ ਕੁਝ ਛੁਪਿਆ ਹੋਇਆ ਨਹੀਂ ਸੀ। ਰੋਜ਼ ਦੀ ਨਿਤ ਦੀ ਕਿਰਿਆ ਆ ਔਰ ਨਹੀਂ ਕੁਝ ਵੀ ਗੱਲ ਛੁਪਦੀ ਨਹੀਂ। ਪਰ ਮਹਾਰਾਜ ਨੇ ਪੁੱਤਰਾਂ ਨੂੰ ਪਾਸੇ ਕਰਕੇ ਲਹਿਣਾ ਜੀ ਨੂੰ ਗੁਰਤਾ ਗੱਦੀ ਦਿੱਤੀ ਔਰ ਕਿਹਾ ਕਿ ਤੁਸੀਂ ਪੁੱਤਰ ਨਮਸਕਾਰ ਕਰੋ। ਇਹਨਾਂ ਦੋਨਾਂ ਨੇ ਇਨਕਾਰ ਕਰ ਦਿੱਤਾ। ਇਹ ਦੋਨੋਂ ਫਿੱਟ ਨਹੀਂ ਹੋਏ, ਇਹ ਦੋਨੋਂ ਹੀ ਵਿਰੋਧ ਵਿੱਚ ਉਤਰ ਆਏ। ਔਰ ਇੱਥੇ ਫਿਰ ਸੱਤਾ ਜੀ ਨੇ ਕਿਹਾ, ਬਲਵੰਡ ਜੀ ਨੇ ਕਿਹਾ, ਦਿਲ ਖੋਟੇ ਆਕੀ ਫਿਰਨ, ਆਕੀ ਹੋਏ ਫਿਰਦੇ ਆ, ਬਾਗੀ ਹੋਏ ਫਿਰਦੇ ਆ। ਦਿਲ ਦੇ ਵਿੱਚ ਖੋਟ ਆ। ਬੰਨ ਭਾਰ ਉਚਾਇਨ ਛੱਟੀ ਹੈ, ਇਹ ਭਾਰ ਬੰਨੀ ਫਿਰਦੇ ਆਪਣੇ ਅੰਦਰ। ਹਾਂਜੀ,
ਦਿਲ ਕੋਟੈ ਆਖੀ ਫਿਰਨ ਬਨ ਭਾਰ ਉਚਾਇਨ ਛਟੀਐ ਜਿਨ ਆਖੀ ਸੋਈ ਕਰੇ ਜਿਨ ਕੀਤੀ ਤਿਨ ਖਟੀਐ ਕੌਣ ਹਾਰੇ ਕਿਨ ਵਟੀਐ ਵਾਹ ਜਿਨ ਕੀਤੀ ਸੋ ਮੰਨਣਾ ਕੋ ਸਾਲ ਜਿਵਾਹੇ ਸ਼ਾਲੀ ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਸਤਿਗੁਰ ਆਖੈ ਸੱਚਾ ਕਰੇ ਸਾ ਬਾਤ ਹੋਵੈ ਕਰਹਾਲੀ ਵਾਹ ਗੁਰ ਅੰਗਦ ਦੀ ਦੋਹੀ ਫਿਰੀ ਸੱਚ ਕਰਤੈ ਬੰਦ ਬਹਾਲੀ ਵਾਹ ਨਾਨਕ ਕਾਇਆ ਪਲਟ ਕਰ ਮਲ ਤਖਤ ਬੈਠਾ ਸਹਿ ਡਾਲੀ ਦਰ ਸੇਵੇ ਉਮਤ ਖੜੀ ਉਮਤ ਦਰ ਸੇਵੇ ਉਮਤ ਖੜੀ ਮਸਤ ਲੈ ਹੋਏ ਜੰਗਾਲੀ ਵਾਹ ਦਰ ਦਰਵੇਸ਼ ਪਸਮਦੈ ਨਾਏ ਸੱਚੈ ਪਾਣੀ ਲਾਲੀ ਬਲਵੰਡ ਖੀਵੀ ਦੇਖ ਜਾਨ ਜਿਸ ਬਹੁਤੀ ਛਾਉ ਪਤਰਾਲੀ ਗੁਰੂ ਅੰਗਦ ਸਾਹਿਬ ਤਾਂ ਗੁਰੂ ਅੰਗਦ ਸਾਹਿਬ ਕਿੱਥੋਂ ਗੱਲ ਕਿੱਧਰ ਨੂੰ ਲੈ ਆਏ ਦੇਖੋ ਗੁਰੂ ਅੰਗਦ ਸਾਹਿਬ ਤਾਂ ਗੁਰੂ ਅੰਗਦ ਸਾਹਿਬ ਉਹ ਤਾਂ ਗੁਰੂ ਨਾਨਕ ਦਾ ਰੂਪ ਪਰ ਕਹਿੰਦੇ ਨੇ ਬਲਵੰਡ ਜੇ ਧਿਆਨ ਮਾਰਿਆ ਜਾਏ ਤੇ ਮਾਤਾ ਖੀਵੀ ਵੀ ਬਹੁਤ ਉੱਚੇ ਰੁਤਬੇ ਨੂੰ ਹਾਸਲ ਕਰੀ ਬੈਠੀ ਆ ਬਲਵੰਡ ਖੀਵੀ ਨੇਕ ਜਨ ਬਹੁਤ ਨੇਕ ਔਰਤ ਹੈ ਤੇ ਨਾਲ ਸ਼ਬਦ ਪਤਾ ਕੀ ਵਰਤਿਆ ਜਿਸ ਬਹੁਤੀ ਛਾਉ ਪਤਰਾਲੀ ਬੜਿਆਂ ਸੰਘਣਿਆਂ ਪੱਤਿਆਂ ਵਾਲੀ ਜਿਵੇਂ ਦਰਖਤ ਦੀ ਛਾਂ ਆ ਨਾ ਇਦਾਂ ਇਸ ਮਾਂ ਖੀਵੀ ਦੀ ਛਾਂ ਆ ਹੁਣ ਇਸ ਸੰਕੇਤ ਨੂੰ ਫੜ ਕੇ ਵੇਖੋ ਭਲਾ ਕੀ ਆ ਹਾਂਜੀ ਜਿਸ ਬਹੁਤੀ ਛਾਉ ਪਤਰਾਲੀ ਬਹੁਤਿਆਂ ਪੱਤਰਾਂ ਵਾਲੀ ਹੈ ਬਹੁਤ ਸਾਰੇ ਸੰਘਣੇ ਪੱਤਿਆਂ ਵਾਲੀ ਗੂੜੀ ਛਾਂ ਹੁਣ ਇਸ ਸੰਕੇਤ ਨੂੰ ਚਿੱਥ ਕੇ ਵੇਖੋ ਭਲਾ ਲਿਖਿਆ ਗੁਰੂ ਗ੍ਰੰਥ ਸਾਹਿਬ 'ਚ ਔਰ ਲਿਖਿਆ ਗੁਰੂ ਘਰ ਦੇ ਸੇਵਾਦਾਰ ਭਾਈ ਬਲਵੰਡ ਜੀ ਨੇ ਕਿੰਨਾ ਕੁ ਕੰਮ ਹੋਏਗਾ ਕਿੱਦਾਂ ਦੀਆਂ ਜ਼ਿੰਮੇਵਾਰੀਆਂ ਹੋਣਗੀਆਂ ਕਿੰਨਾ ਕੁ ਨਾਲ ਧਿਆਨ ਰੱਖਦੀ ਹੋਏਗੀ ਉਹ ਜਿਹੜੀ ਇੰਨੀ ਗੂੜੀ ਤੇ ਇੰਨੀ ਸੰਘਣੀ ਛਾਂ ਦੀ ਗੱਲ ਕੀਤੀ ਜਾ ਰਹੀ ਆ ਤਾਂ ਛਾਂ ਸੜਦਿਆਂ ਬੰਦਿਆਂ ਨੂੰ ਹੀ ਛਾਂ ਦੀ ਕੀਮਤ ਪਤਾ ਆ ਨਾ ਤਪਦਿਆਂ ਬੰਦਿਆਂ ਨੂੰ ਹੀ ਛਾਂ ਦੀ ਕੀਮਤ ਦਾ ਪਤਾ ਹੋ ਸਕਦਾ ਨਾ ਜਿਹੜਾ ਧੁੱਪੇ ਨਿਕਲਿਆ ਨੇ ਉਹਨੂੰ ਕੀ ਪਤਾ ਛਾਂ ਦਾ ਜਿਸ ਬਹੁਤੀ ਛਾਉ ਪਤਰਾਲੀ ਔਰ ਇੱਥੇ ਸ਼ਬਦ ਆ ਰਿਹਾ ਜਨ ਅਸੀਂ ਆਮ ਤੌਰ ਤੇ ਜਨ ਸ਼ਬਦ ਵਰਤਦੇ ਹਾਂ ਜਨ ਸੇਵਕ ਲਈ ਵਰਤਿਆ ਜਾ ਰਿਹਾ ਇੱਥੇ ਹੁਣ ਫਾਰਸੀ ਵਿੱਚੋਂ ਆ ਰਿਹਾ ਜਨ ਜਨ ਔਰਤ ਲਈ ਬਲਵੰਡ ਖੀਵੀ ਨੇਕ ਜਨ ਨੇਕ ਔਰਤ ਬਹੁਤ ਨੇਕ ਔਰਤ ਹੈ ਔਰ ਠੰਡੀ ਸੰਘਣੇ ਪੱਤਿਆਂ ਵਾਲੀ ਇਹਦੀ ਛਾਂ ਆ ਹਾਂਜੀ ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਘਿਆਲੀ ਵਾਹ ਵਾਹ ਗੁਰ ਸਿੱਖਾਂ ਕੇ ਮੁਖ ਉਜਲੇ ਗੁਰ ਸਿੱਖਾਂ ਕੇ ਮੁਖ ਉਜਲੇ ਮਨ ਮੁਖ ਥੀਏ ਪਰਾਲੀ ਗੁਰਸਿੱਖਾਂ ਦੇ ਮੁਖ ਤਾਂ ਉਜਲੇ ਆ ਸਾਫ਼ ਆ ਪਵਿੱਤਰ ਆ ਮਨਮੁਖ ਥੀਏ ਪਰਾਲੀ ਪਰ ਜਿਹੜੇ ਮਨਮੁਖ ਆ ਨਾ ਇਹ ਤੇ ਵਿਚਾਰੇ ਪਰਾਲੀ ਵਰਗੇ ਹੀ ਆ ਇਹ ਤੇ ਐਵੇਂ ਸੁੱਟੇ ਹੋਏ ਆ ਇਹਨਾਂ 'ਚ ਹੈ ਨਹੀਂ ਕੱਖ ਵੀ ਕੋਈ ਤੱਤ ਨਹੀਂ ਹੈਗਾ ਇਹ ਵਿਚਾਰੇ ਮਨ ਦੇ ਪਿੱਛੇ ਚੱਲਣ ਵਾਲੇ ਨੇ ਹਾਂਜੀ ਭਏ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਘਾਲੀ ਮਰਦਾਂ ਵਾਲੀ ਘਾਲ ਘਾਲੀ ਮਾਤਾ ਖੀਵੀ ਨੇ ਮਰਦਾਂ ਵਾਲੀ ਘਾਲ ਪਏ ਕਬੂਲ ਖਸਮ ਨਾਲ ਜਿੱਦਾਂ ਖਸਮ ਗੁਰੂ ਅੰਗਦ ਗੁਰੂ ਨਾਨਕ ਦੇ ਦਰ ਤੇ ਪ੍ਰਵਾਨ ਹੋ ਗਿਆ ਨਾ ਮਾਤਾ ਖੀਵੀ ਵੀ ਪ੍ਰਵਾਨ ਹੋਈ ਔਰ ਮਾਤਾ ਖੀਵੀ ਕਿਉਂ ਪ੍ਰਵਾਨ ਹੋਈ ਕਿਉਂਕਿ ਮਾਤਾ ਖੀਵੀ ਨੇ ਮਰਦਾਂ ਵਾਲੀ ਘਾਲ ਘਾਲੀ ਆ
ਪੂਰਾ ਨਿੱਠ ਕੇ ਐਨ ਬਿਨਾਂ ਕਿਸੇ ਦੀ ਪਰਵਾਹ ਕੀਤਿਆਂ। ਔਰ ਸ਼ਾਇਦ ਤੁਹਾਨੂੰ ਯਾਦ ਹੋਏਗਾ, ਮੈਂ ਪਿਛਲੇ ਦਿਨੀ ਵੀ ਕਿਹਾ ਸੀ ਕਿ ਯਾਦ ਕਰੋ ਜਦੋਂ ਅਸੀਂ ਲੰਗਰ ਦੀ ਗੱਲ ਆ ਰਹੀ ਹੈ ਵੀ ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਕੇ ਹਾਲੀ, ਮਾਤਾ ਖੀਵੀ ਜੀ ਦੇ ਬਾਰੇ ਅਸੀਂ ਆਮ ਤੌਰ ਤੇ ਪੜ੍ਹਦੇ ਹਾਂ ਕਿ ਖਡੂਰ ਸਾਹਿਬ ਦੇ ਵਿੱਚ ਲੰਗਰ ਦੀ ਜ਼ਿੰਮੇਵਾਰੀ ਉਹਨਾਂ ਨੇ ਸੰਭਾਲੀ ਹੋਈ ਸੀ। ਔਰ ਅੰਦਾਜ਼ਾ ਲਾਓ ਕਿ ਜਿਹੋ ਜਿਹਾ ਮਾਹੌਲ ਸੀ ਸਮਾਜ ਦਾ, ਹਾਲਾਂਕਿ ਗੁਰੂ ਨਾਨਕ ਸਾਹਿਬ ਦੇ ਪਰਿਵਾਰ 'ਚ ਵੀ ਇਹ ਗੱਲਾਂ ਲਾਗੂ ਹੋਣਗੀਆਂ। ਮਾਤਾ ਸੁਲੱਖਣੀ ਜੀ ਕਿੱਦਾਂ ਗੁਰੂ ਨਾਨਕ ਸਾਹਿਬ ਤੋਂ ਪਾਸੇ ਹੋ ਸਕਦੇ ਆ। ਔਰ ਮੈਂ ਬੇਨਤੀ ਕਰਨ ਲੱਗਾ ਕਿ ਮਾਤਾ ਖੀਵੀ ਜਿੱਦਣ ਲੰਗਰ ਦੇ ਵਿੱਚ ਪੰਗਤ ਵਿੱਚ ਬੈਠੇ ਬੰਦਿਆਂ ਨੂੰ ਪ੍ਰਸ਼ਾਦਾ ਨੰਗੇ ਮੂੰਹ ਵਰਤਾਇਆ ਹੋਏਗਾ, ਕੀ ਬਣਿਆ ਹੋਏਗਾ। ਤੇ ਇਹ ਕਦਮ ਪੁੱਟਣਾ ਮਰਦਾਂ ਵਾਲੀ ਗੱਲ ਸੀ ਨਾ। ਔਰ ਮੈਂ ਕਹਿੰਦਾ ਲੰਗਰ ਤੋਂ ਇਲਾਵਾ ਵੀ ਮਾਤਾ ਖੀਵੀ ਜੀ ਕੋਲ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੋਣਗੀਆਂ ਜਿਹੜੀਆਂ ਗੁਰੂ ਅੰਗਦ ਸਾਹਿਬ ਜੀ ਦੇ ਨਾਲ ਮਿਲ ਕੇ ਉਹ ਨਿਭਾ ਰਹੀ ਆ। ਐਵੇਂ ਮਾੜੀ ਮੋਟੀ ਗੱਲ ਨਹੀਂ, ਇਕੱਲੇ ਲੰਗਰ ਤੱਕ ਨਹੀਂ ਆ। ਕਿਉਂਕਿ ਆਪ ਜੀ ਨੂੰ ਪਤਾ ਖਡੂਰ ਸਾਹਿਬ ਦੇ ਅੰਦਰ ਗੁਰੂ ਅੰਗਦ ਸਾਹਿਬ ਇੱਕ ਸਕੂਲ ਚਲਾ ਰਹੇ ਆ, ਬਹੁਤ ਸਾਰੇ ਬੱਚਿਆਂ ਨੂੰ ਇਕੱਠਿਆਂ ਕਰਦੇ ਉਹਨਾਂ ਨੂੰ ਪੜ੍ਹਾਉਂਦੇ ਆ। ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਦੇ ਅੰਦਰ ਮੱਲ ਅਖਾੜੇ, ਉੱਥੇ ਨੌਜਵਾਨਾਂ ਨੂੰ ਇਕੱਠਿਆਂ ਕਰਕੇ ਕੁਸ਼ਤੀਆਂ ਕਰਾ ਰਹੇ ਆ। ਸ਼ੁਰੂਆਤ ਖਡੂਰ ਸਾਹਿਬ ਤੋਂ ਕਰ ਰਹੇ ਆ, ਪ੍ਰਚਾਰ ਪ੍ਰਸਾਰ ਨਾਲ ਚੱਲ ਰਿਹਾ। ਔਰ ਜੇ ਅਸੀਂ ਵੇਖਣ ਦੀ ਕੋਸ਼ਿਸ਼ ਕਰੀਏ, ਬੜੀਆਂ ਸਾਰੀਆਂ ਇਹ ਜ਼ਿੰਮੇਵਾਰੀਆਂ ਜਿਹੜੀਆਂ ਗੁਰੂ ਘਰ ਲਗਾਤਾਰ ਨਿਭਾ ਰਿਹਾ ਆ, ਉਹਦੇ 'ਚ ਮਾਤਾ ਖੀਵੀ ਦਾ ਬਰਾਬਰ ਦਾ ਯੋਗਦਾਨ ਆ। ਪਰ ਭੈਣੋ, ਮਾਣ ਰੱਖਿਓ ਇਸ ਗੱਲ ਦਾ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰੂ ਪਰਿਵਾਰਾਂ ਚੋਂ ਇੱਕ ਇਸ ਮਾਤਾ ਦਾ ਨਾਂ ਸੁਨਹਿਰੀ ਅੱਖਰਾਂ 'ਚ ਤੁਹਾਡੇ ਸਾਹਮਣੇ ਆ। ਹਾਂਜੀ। ਮਾਤਾ ਖੀਵੀ ਸ਼ਹ ਸੋਏ ਜਿਨ ਗੋਏ ਉਠਾਲੀ। ਮਾਤਾ ਖੀਵੀ ਦਾ ਸ਼ਹ ਸੋਏ, ਮਾਤਾ ਖੀਵੀ ਦਾ ਖਸਮ ਪਤੀ ਉਹ ਆ ਜਿਨ ਗੋਏ ਉਠਾਲੀ। ਗੋਏ ਦਾ ਅਰਥ ਹੈ ਧਰਤੀ, ਜਿਹਨੇ ਧਰਤੀ ਚੁੱਕੀ ਹੋਈ ਹੈ। ਜਾਨੀ ਧਰਤੀ ਦਾ ਕਿੰਨਾ ਬੋਝ ਗੁਰੂ ਅੰਗਦ ਸਾਹਿਬ ਆਪਣੇ ਮੋਢਿਆਂ ਤੇ ਲੈ ਕੇ ਬੈਠੇ ਹੋਏ ਆ, ਸਮਾਜ ਦਾ। ਮਾਤਾ ਖੀਵੀ ਸ਼ਹਿ ਸੋਏ ਜਿਨ ਗੋਏ ਉਠਾਲੀ। ਵਾਹ ਵਾਹ। ਹੋਰਿਉ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਉਂ ਨਾ। ਹੋਰਿਉ ਗੰਗ ਵਹਾਈਐ, ਗੁਰੂ ਨਾਨਕ ਸਾਹਿਬ ਨੇ ਗੰਗਾ ਪੁੱਠੀ ਵਾਹ ਦਿੱਤੀ ਹੈ। ਗੰਗਾ ਪੁੱਠੀ ਚੱਲ ਪਈ, ਗੁਰੂ ਨਾਨਕ ਨੇ ਗੰਗਾ ਪੁੱਠੀ ਚਲਾ ਦਿੱਤੀ ਹੈ। ਦੁਨਿਆਈ ਆਖੈ ਕਿ ਕਿਉਂ ਨਾ। ਦੁਨੀਆ ਕਹਿੰਦੀ ਹੈ ਇਹ ਕੀ ਕੀਤਾ, ਪੁੱਤਰਾਂ ਨੂੰ ਛੱਡ ਕੇ ਲੈਣੇ ਨੂੰ ਮਾਣ ਦਿੱਤਾ। ਕਮਾਲ ਹੈ। ਹੈਰਾਨ ਨੇ ਲੋਕ, ਸੋਚਦੇ ਨੇ ਲੋਕ, ਚਰਚਾ ਕਰਦੇ ਨੇ ਲੋਕ, ਗੁਰੂ ਨਾਨਕ ਸਾਹਿਬ ਨੇ ਕੈਸੇ ਪੂਰਨੇ ਪਾਏ ਆ। ਹੈਰਾਨ ਨੇ ਲੋਕ। ਦੁਨਿਆਈ ਆਖੈ ਕਿ ਕਿਉਂ ਨਾ। ਨਾਨਕ ਈਸ਼ਰ ਜਗਨਾਥ ਉੱਚ ਹੱਦੀ ਬੈਣ ਬਿਰ ਕਿਉਂ ਨਾ। ਹੱਦ ਤੋਂ ਬਾਹਰ, ਉੱਚ ਹੱਦੀ, ਹੱਦ ਤੋਂ ਬਾਹਰ ਦੇ ਵੈਣ ਜਿਹੜੇ ਆ ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ ਜੀ। ਮਾਤਾ ਪਰਬਤ ਕਰ ਨੇਤਰ ਬਾਸਕ ਸ਼ਬਦ ਰੜ ਕਿਉਂ ਨਾ। ਹਾਂ ਵਾਹ ਵਾਹ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸ਼ਬਦ ਰਿੜ ਕੇ ਆਉਣ। ਇੱਕ ਕਹਾਣੀ ਆਉਂਦੀ ਹੈ ਕਿ ਸੁਮੇਰ ਪਰਬਤ ਸੁੱਟ ਕੇ ਸਮੁੰਦਰ ਦੇ ਵਿੱਚ ਦੇਵਤਿਆਂ ਤੇ ਦੈਂਤਾਂ ਨੇ ਸਮੁੰਦਰ ਰਿੜਕਿਆ, ਗੁਰੂ ਨਾਨਕ ਨੇ ਸ਼ਬਦ ਰਿੜਕਿਆ। ਗੁਰੂ ਨਾਨਕ ਜੀ ਨੇ ਸ਼ਬਦ ਰਿੜਕਿਆ। ਹਾਂਜੀ। 14 ਰਤਨ ਨਿਕਾਲਿਆ ਨਾ ਕਰ ਆਵਾ ਗਾਉਣ ਚਿਲ ਕਿਉਂ ਨਾ। ਵਾਹ ਵਾਹ। ਕੁਦਰਤ ਐ ਵੇ ਖਾਲੀਆਂ ਨਾ ਜਿਨ ਐਵੜ ਪਿੰਡ ਠਿਣ ਕਿਉਂ ਨਾ। ਲਹਿਣੇ ਧਰਿਉਣ ਸ਼ਤਰ ਸਿਰ ਅਸਮਾਨ ਕਿਆੜਾ ਛਿਕਿਉਂ ਨਾ। ਜੋਤ ਸਮਾਣੀ ਜੋਤ ਮਾਹੇ ਆਪ ਆਪੈ ਸੇਤੀ ਵਿਕਿਉਂ ਨਾ। ਸਿੱਖਾਂ ਪੁੱਤਰਾਂ ਭੂਖ ਕੈ ਸਭ ਉਮਤ ਦੇਖੋ ਜੇ ਕਿਉਂ ਨਾ।
ਜਾਂ ਸੋ ਦੋਸ ਤਾਂ ਲਹਿਣਾ ਟਿਕਿਓਨ ਜਾਂ ਸੋ ਦੋਸ ਜਾਂ ਸਦੋਸ। ਸੋ ਦੋਸ ਤਾਂ ਲਹਿਣਾ ਟਿਕਿਓਨ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਸੋਧਿਆ, ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਘਾੜਤ ਘੜੀ ਤਾਂ ਲਹਿਣਾ ਟਿਕਿਓਨ, ਗੁਰੂ ਨਾਨਕ ਜੀ ਦੇ ਥਾਂ ਤੇ ਲਹਿਣਾ ਹੀ ਟਿਕਿਆ। ਇਹ ਪਹਿਲੀ ਪੌੜੀ ਜਿਹੜੀ ਅਸੀਂ ਹੁਣ ਪੜ੍ਹ ਰਹੇ, ਚੌਥੀ ਪੌੜੀ, ਇਹ ਭਾਈ ਸੱਤਾ ਜੀ ਦੀ ਪਹਿਲੀ ਪੌੜੀ ਹੈ। ਇਸ ਤੋਂ ਪਹਿਲੀਆਂ ਤਿੰਨ ਭਾਈ ਬਲਵੰਡ ਜੀ ਦੀਆਂ ਸੀ। ਵੀਰ ਜੀ ਪਾਠ ਕਰਦੇ ਹਾਂ ਜੀ। ਫੇਰ ਵਸਾਇਆ ਫੇਰਵਾਨ ਸਤਿਗੁਰ ਖਾਡੂ। ਫੇਰਵਾਨ, ਫੇਰਵਾਨ ਦਾ ਅਰਥ ਹੈ ਫੇਰੂ ਜੀ ਦੇ ਪੁੱਤਰ, ਬਾਬਾ ਫੇਰੂ ਜੀ ਦੇ ਪੁੱਤਰ। ਗੁਰੂ ਅੰਗਦ ਸਾਹਿਬ ਜੀ ਦੇ ਪਿਤਾ ਜੀ ਦਾ ਨਾਮ ਬਾਬਾ ਫੇਰੂ ਜੀ ਦੇ ਪੁੱਤਰ ਲੈਣੇ ਨੇ ਗੁਰੂ ਅੰਗਦ ਸਾਹਿਬ ਨੇ ਆ ਕੇ ਖਡੂਰ ਨੂੰ ਵਸਾਇਆ। ਥੋੜਾ ਜਿਹਾ ਇੱਥੇ ਧਿਆਨ ਦਿਓ। ਖਡੂਰ ਸਾਹਿਬ ਗੁਰੂ ਨਾਨਕ ਸਾਹਿਬ ਜੀ ਖਡੂਰ ਸਾਹਿਬ ਚਰਨ ਪਾ ਕੇ ਗਏ ਨੇ। ਪਹਿਲਾਂ ਜਦੋਂ ਇਧਰੋਂ ਲੰਘਦਿਆਂ ਖਡੂਰ ਸਾਹਿਬ ਗੁਰੂ ਨਾਨਕ ਸਾਹਿਬ ਚਰਨ ਪਾ ਕੇ ਗਏ, ਜਾਨੀ ਖਡੂਰ ਸਾਹਿਬ ਪਹਿਲਾਂ ਵੀ ਵਸਦਾ। ਬਾਬਾ ਲਹਿਣਾ ਜੀ ਦਾ ਪਰਿਵਾਰ ਖਡੂਰ ਸਾਹਿਬ ਹੀ ਰਹਿੰਦਾ ਆ। ਜਦੋਂ ਲਹਿਣਾ ਜੀ ਅਜੇ ਗੁਰੂ ਨਾਨਕ ਸਾਹਿਬ ਵਾਲੇ ਪਾਸੇ ਨਹੀਂ ਵੀ ਗਏ, ਖਡੂਰ ਸਾਹਿਬ ਪਹਿਲਾਂ ਵੀ ਵਸ ਰਿਹਾ। ਪਰ ਇੱਥੇ ਹੁਣ ਜਿਹੜੀ ਗੱਲ ਆ ਰਹੀ ਹੈ ਕਿ ਫੇਰ ਵਸਾਇਆ ਫੇਰਵਾਨ ਸਤਿਗੁਰ ਖਡੂਰ। ਜਦੋਂ ਗੁਰੂ ਅੰਗਦ ਸਾਹਿਬ ਨੂੰ ਗੁਰਤਾ ਗੱਦੀ ਬਖਸ਼ਿਸ਼ ਹੋਈ ਤੇ ਗੁਰੂ ਅੰਗਦ ਸਾਹਿਬ ਨੇ ਆ ਕੇ ਖਡੂਰ ਸਾਹਿਬ ਵਸਾਇਆ। ਵਸਾਇਆ ਦਾ ਮਤਲਬ ਹੈ ਗੁਰੂ ਨਾਨਕ ਸਾਹਿਬ ਜੀ ਨੇ ਖਡੂਰ ਦਾ ਰਹਿਣ ਸਹਿਣ, ਖਡੂਰ ਦਾ ਚਾਲ ਚੱਲਣ, ਖਡੂਰ ਦੇ ਅੰਦਰ ਦਾ ਵਰਤੋਂ ਵਿਹਾਰ ਗੁਰੂ ਨਾਨਕ ਸਾਹਿਬ ਜੀ ਦੇ ਹੁਕਮਾਂ ਦੇ ਮੁਤਾਬਕ ਟੋਟਲੀ ਇੱਕ ਪਾਸਾ ਕਰ ਦਿੱਤਾ। ਮੁੜ ਗੁਰੂ ਨਾਨਕ ਦੀਆਂ ਲੀਹਾਂ ਤੇ ਵਸਾ ਲਿਆ। ਉਹਦੀ ਘਾੜਤ ਗੁਰੂ ਨਾਨਕ ਸਾਹਿਬ ਦੇ ਆਸ਼ੇ ਦੇ ਮੁਤਾਬਕ ਘੜੀ, ਕਿਉਂਕਿ ਕਰਤਾਰਪੁਰ ਤੋਂ ਬਾਅਦ ਖਡੂਰ ਸਾਹਿਬ ਹੀ ਹੁਣ ਸਿੱਖੀ ਦਾ ਸੈਂਟਰ ਆ, ਹੈੱਡਕੁਆਟਰ ਆ। ਇੱਥੋਂ ਹੀ ਸਾਰੀ ਸਿੱਖੀ ਦੀ ਕਾਰਵਾਈ ਅੱਗੇ ਚੱਲਣੀ ਆ। ਹਾਂਜੀ। ਜਪ ਤਪ ਸੰਜਮ ਨਾਲ ਤੁਧ ਹੋਰ ਮੁਚ ਗੁਰੂਰ ਲਬ ਬਿਨਾਹੇ ਮਾਨਸਾ ਜਿਉ ਪਾਣੀ ਬੂਰ। ਲਾਲਚ ਬੰਦਿਆਂ ਨੂੰ ਇਦਾਂ ਮਾਰਦਾ ਵਾ, ਇਦਾਂ ਖਰਾਬ ਕਰਦਾ ਜਿੱਦਾਂ ਪਾਣੀ 'ਚ ਪੈ ਕੇ ਬੂਰ ਪਾਣੀ ਨੂੰ ਖਰਾਬ ਕਰਦਾ। ਪਾਣੀ 'ਚੋਂ ਜਾਲਾ ਪੈ ਜਾਂਦਾ ਨਾ, ਜਿੱਦਾਂ ਪਾਣੀ ਨੂੰ ਉਹ ਜਾਲਾ ਪਾਣੀ ਦਾ ਬੂਰ ਖਰਾਬ ਕਰਦਾ, ਇਦਾਂ ਬੰਦਿਆਂ ਨੂੰ ਲੱਭ ਲਾਲਚ ਖਰਾਬ ਕਰਦਾ ਆ। ਹਾਂਜੀ। ਵੜੈ ਦਰਗਾਹ ਗੁਰੂ ਕੀ ਕੁਦਰਤੀ ਨੂਰ ਜਿਤ ਸੋ ਹਾਥ ਨ ਲੱਭਈ ਤੂੰ ਉਹ ਫਰੂਰ। ਨੌ ਨਿਧ ਨਾਮ ਨਿਧਾਨ ਹੈ ਤੁਧ ਵਿੱਚ ਭਰਪੂਰ। ਨਿੰਦਾ ਤੇਰੀ ਜੋ ਕਰੇ ਸੋ ਵੰਜੈ ਚੂਰ। ਬਥੇਰੇ ਹੋਣਗੇ, ਹੋਰ ਵੀ ਹੋਣੇ ਆ, ਪਰ ਸਭ ਤੋਂ ਮੁੱਖ ਤੌਰ ਤੇ ਨਿੰਦਾ ਕਰਨ ਵਾਲੇ ਕੌਣ ਨੇ? ਹਾਂਜੀ, ਮੁੱਖ ਤੌਰ ਤੇ ਗੁਰੂ ਅੰਗਦ ਸਾਹਿਬ ਦੀ ਨਿੰਦਾ ਕਰਨ ਵਾਲੇ ਕੌਣ ਨੇ? ਹੁਣੇ ਚਰਚਾ ਕੀਤੀ ਆ। ਸ੍ਰੀ ਚੰਦ ਆਗੂ ਇਹ ਨੇ, ਤੇ ਦੋਵੇਂ ਨਹੀਂ ਨਾ ਹੋਣੇ, ਬਾਕੀ ਇਹਨਾਂ ਦੇ ਮਗਰ ਮੱਥਾ ਟੇਕਣ ਵਾਲੇ ਵੀ ਹੋਣਗੇ ਥੋੜੇ ਬਹੁਤੇ, ਜਿਨ੍ਹਾਂ ਨੇ ਝੰਡਾ ਚੁੱਕਿਆ ਬਣਾ ਕੇ ਨਹੀਂ ਮਹਾਰਾਜ ਤੁਹਾਨੂੰ ਹੀ ਚਾਹੀਦੀ ਸੀ, ਤੁਸੀਂ ਹੋ, ਤੁਸੀਂ ਬੈਠੋ, ਅਸੀਂ ਤਾਂ ਤੁਹਾਡੇ ਮਗਰ ਹੀ ਆ। ਇਹ ਹੁੰਦੇ ਹਰ ਇੱਕ ਥਾਂ ਤੇ ਹੁੰਦੇ ਆ। ਹਾਂਜੀ। ਨੇੜੇ ਦਿਸੈ ਮਾਤ ਲੋਕ ਤੁਧ ਸੁਝੈ ਦੂਰ। ਵਾਹ। ਫੇਰ ਵਸਾਇਆ ਫੇਰਵਾਨ ਸਤਿਗੁਰ ਖਾਡੂਰ। ਸੋ ਟਿਕਾ ਸੋ ਬਹਿਨਾ ਸੋਈ ਦੀਵਾਨ। ਪਿਓ ਦਾਦੇ ਜਿਵਹਾ ਪੋਤਾ ਪਰਵਾਨ। ਆ ਥੋੜੇ ਦਿਨ ਪਹਿਲਾਂ ਇੱਕ ਰੌਲਾ ਜਿਹੜਾ ਅਜੇ ਵੀ ਚੱਲ ਰਿਹਾ, ਬੜੇ ਜ਼ੋਰ ਸ਼ੋਰ ਨਾਲ ਚੱਲ ਰਿਹਾ। ਪੰਜਾਬ ਦੇ ਇੱਕ ਮਰ ਜਾਣੇ ਮਾਨ ਨੇ ਪਤਾ ਨਹੀਂ ਕਿੱਦਾਂ ਕਿਵੇਂ ਕਿਹਦੇ ਆਖੇ ਲੱਗ ਕੇ ਸੁੱਤੀ ਕਲੇ ਜਗਾਈ ਤੇ ਆਪਣੇ ਗਲ ਪਵਾਈ। ਜਿਹੜੀ ਗੱਲ ਦਾ ਨਾਂ ਪਤਾ ਹੋਵੇ ਉਹ ਗੁਰੇਜ਼ ਕੀਤਾ ਜਾਏ।
ਸਾਰਿਆਂ ਤੱਥਾਂ ਨੂੰ ਜਾਣਦਿਆਂ ਬੁੱਝਦਿਆਂ ਤੋੜ ਮਰੋੜ ਕੇ ਇਸ ਢੰਗ ਨਾਲ ਪੇਸ਼ ਕੀਤਾ ਕਿ ਉਹ ਨਕੋਦਰ ਦੇ ਵਿਚਲਾ ਜਿਹੜਾ ਇੱਕ ਸਾਧ ਮਰ ਗਿਆ, ਲਾਡੀ ਸ਼ਾਹ, ਮੁਰਾਦ ਸ਼ਾਹ ਦੇ ਥਾਂ ਤੇ ਬੈਠਾ ਹੋਇਆ ਲਾਡੀ ਸ਼ਾਹ, ਜਿਹੜਾ ਉਹਦੇ ਉੱਤੋਂ ਦੀ ਪੈਸੇ ਸੁੱਟਦਾ ਹੁੰਦਾ ਸੀਗਾ, ਉਹਦੇ ਬਾਰੇ ਉਹਨੇ ਇਹ ਕਹਿ ਦਿੱਤਾ ਕਿ ਮੇਰੇ ਸਾਈਂ ਯਾਨੀ ਲਾਡੀ ਸ਼ਾਹ ਇਹ ਗੁਰੂ ਅਮਰਦਾਸ ਜੀ ਦੀ ਅੰਸ਼ ਬੰਸ ਵਿੱਚੋਂ ਆ। ਹੁਣ ਇਹ ਕਿੱਦਾਂ ਬਰਦਾਸ਼ਤ ਹੋ ਸਕਦਾ? ਦੂਜੀ ਗੱਲ ਆ, ਇਹ ਅੰਸ਼ ਬੰਸ ਹੁਣ ਚੈੱਕ ਕੌਣ ਕਰੇ? ਜਿਹੜਾ ਮਰਜ਼ੀ ਉੱਠ ਕੇ ਕਿ ਮੈਂ ਇਸ ਪਰਿਵਾਰ ਚੋਂ ਆ, ਉਹ ਹੁਣ ਤੁਸੀਂ ਹਿਸਾਬ ਕਿਤਾਬ ਲਾਓ ਕਿ ਕਿੱਥੇ ਗੁਰੂ ਅਮਰਦਾਸ ਜੀ ਦਾ ਸਮਾਂ ਆ ਤੇ ਕਿੱਥੇ ਅੱਜ ਦਾ ਸਮਾਂ, ਤੇ ਇੰਨੇ 100 ਸਾਲਾਂ ਦਾ ਹੁਣ ਜਿਹੜਾ ਇਹ ਫਰਕ ਹੈ, ਮੇਲੂਗਾ ਕੌਣ? ਜਿਹੜਾ ਮਰਜ਼ੀ ਜਿਹਦੇ ਨਾਲ ਮਰਜ਼ੀ ਉੱਠ ਕੇ ਪੂਛ ਜੋੜ ਲੈਂਦਾ। ਇੱਥੇ ਧਿਆਨ ਰੱਖਿਓ ਥੋੜਾ ਜਿਹਾ। ਸੋ ਟਿੱਕਾ ਸੋ ਬਹਿਣਾ ਸੋਈ ਦੀ ਬਾਣ, ਪਿਉ ਦਾਦੇ ਜੇ ਵਿਹਾ ਪੋਤਾ ਪ੍ਰਵਾਨ। ਪਿਉ ਗੁਰੂ ਨਾਨਕ, ਪੁੱਤਰ ਗੁਰੂ ਅੰਗਦ ਤੇ ਪੋਤਰਾ ਗੁਰੂ ਅਮਰਦਾਸ। ਗੁਰੂ ਨਾਨਕ ਦੀ ਵੰਸ਼ ਤਾਂ ਆ, ਗੁਰੂ ਨਾਨਕ ਦੀ ਵੰਸ਼ ਤਾਂ ਆ। ਜੇ ਸਰੀਰਕ ਤੌਰ ਤੇ ਜੰਮੇ ਪੁੱਤਰਾਂ ਦੀ ਗੱਲ ਕਰਨੀ ਤੇ ਆਪਾਂ ਹਾਲ ਪਹਿਲਾਂ ਵੇਖ ਲਿਆ। ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋਂ ਕੰਨ ਮੁਰਟੀਐ, ਦਿਲ ਖੋਟੇ ਆਕੀ ਫਿਰਨ, ਬੰਨ ਭਾਰ ਉਚਾਇਨ ਛੱਟੀਐ। ਜਿਹੜੇ ਸੱਚੀ ਸਰੀਰਕ ਤੌਰ ਤੇ ਵੰਸ਼ ਵਿੱਚ ਸਨ, ਖਾਨਦਾਨ ਵਿੱਚ ਸਨ, ਪਰਿਵਾਰ ਦਾ ਹਿੱਸਾ ਸਨ, ਗੁਰੂ ਨੇ ਪ੍ਰਵਾਨ ਹੀ ਨਹੀਂ ਕੀਤੇ, ਆਖੇ ਨਹੀਂ ਲੱਗਣਾ, ਫਿਰ ਕੀ ਕਰਨਾ ਹੈ? ਗੁਰੂ ਨਾਨਕ ਦੀ ਵੰਸ਼ ਗੁਰੂ ਅੰਗਦ, ਗੁਰੂ ਅੰਗਦ ਸਾਹਿਬ ਤੋਂ ਬਾਅਦ ਗੁਰੂ ਅਮਰਦਾਸ। ਆ ਇੱਕ ਵਾਰੀ ਫੇਰ ਦੁਬਾਰਾ ਦੇਖਿਓ ਵਿੱਚ, ਇੱਕ ਦੁਬਾਰਾ ਪੜ੍ਹਿਓ। ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ, ਪਿਉ ਦਾਦੇ ਜਿਵੇਹਾ ਪੋਤਾ ਪਰਵਾਨ। ਵਾਹ ਵਾਹ। ਜਿਨ ਬਾਸਕ ਨੇਤਰੈ ਕੱਤਿਆ ਕਰ ਨਹੀਂ ਤਾਨ, ਵਾਹ। ਜਿਨ ਸਮੁੰਦ ਵਿਰੋਲਿਆ ਕਰ ਮੇਰ ਵਿਧਾਨ। 14 ਰਤਨ ਨਿਕਾਲਿਆ ਕੀਤੋ ਚਾਨਾਨ, ਘੋੜਾ ਕੀਤੋ ਸਹਿਜਦਾ ਜਤ ਕੀਓ ਪਲਾਨ। ਤਨਖ ਚੜਾਇਓ ਸਤ ਦਾ ਜਸ ਹੰਦਾ ਬਾਣ, ਕਲ ਵਿੱਚ ਤੂੰ ਅੰਧਾਰ ਸਾ ਚੜਿਆ ਰਹਿ ਭਾਣ। ਸਤੋਂ ਖੇਤ ਸਮਾਇਓ ਸਤੋਂ ਛਾਵਾਣ, ਨਿਤ ਰਸੋਈ ਤੇਰੀ ਐ ਕਿਉ ਮੈਦਾ ਖਾਨ। ਚਾਰੇ ਕੁੰਡਾ ਸੁਝਿਓ ਮਨ ਮਹਿ ਸ਼ਬਦ ਪਰਵਾਨ, ਆਵਾ ਗੌਣ ਨਿਵਾਰਿਓ ਕਰ ਨਦਰ ਨਿਸ਼ਾਨ। ਔਦਰਿਆ ਔਦਰ ਲੈ ਸੋ ਪੁਰਖ ਸੁਜਾਨ, ਚਖੜ ਵਾਉ ਨਾ ਡੋਲਈ ਪਰਬਤ ਮੇਰਾਨ। ਵਾਹ। ਜਾਣੈ ਬਿਰਥਾ ਜੀ ਕੀ ਜਾਣੀ ਹੂੰ ਜਾਨ, ਕਿਆ ਸਾਲਾਹੀ ਸੱਚੇ ਪਾਤਸ਼ਾਹ ਜਾ ਤੂੰ ਸੁਖੜ ਸੁਜਾਨ। ਵਾਹ। ਦਾਨ ਦੇ ਸਤਿਗੁਰ ਭਾਵਸੀ ਸੋ ਸੱਤੇ ਦਾਨ। ਇੱਥੇ ਸੋ ਸੱਤੇ ਦਾਨ, ਸੱਤੇ ਸ਼ਬਦ ਜਿਹੜਾ ਵਰਤਿਆ ਗਿਆ ਜੀ, ਇਹ ਸੱਤਾ ਭਾਈ ਸੱਤੇ ਨੇ ਆਪਣੇ ਨਾਂ ਦੀ ਵਰਤੋਂ ਕੀਤੀ ਆ, ਲਿਖਾਰੀ ਦੇ ਤੌਰ ਤੇ, ਕਰਤੇ ਦੇ ਤੌਰ ਤੇ। ਪਹਿਲਾਂ 3 ਪੌੜੀਆਂ ਦੇ ਵਿੱਚ ਆਪਾਂ ਬਲਵੰਡ ਜੀ ਦਾ ਜ਼ਿਕਰ ਵੀ ਵੇਖਿਆ, ਔਰ ਇਹਨਾਂ 5 ਪੌੜੀਆਂ ਦੇ ਵਿੱਚ ਇੱਥੇ ਇਹ ਭਾਈ ਸੱਤੇ ਨੇ ਆਪਣੇ ਨਾਂ ਦੀ ਵਰਤੋਂ ਕਰਕੇ ਮੋਹਰ ਛਾਪ ਲਾ ਦਿੱਤੀ ਕਿ ਇਹ ਪੌੜੀਆਂ ਸੱਤਾ ਜੀ ਆਪ ਲਿਖ ਰਹੇ ਆ। ਨਾਨਕ ਹੰਦਾ ਛਤਰ ਸਿਰ ਉਮਤ ਹੈਰਾਨ। ਵਾਹ। ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ,
ਪਿਉ ਦਾਤੇ ਜੀਵਿਆ ਪੋਤਰਾ ਕੁਰਬਾਨ। ਵਾਹ ਵਾਹ। ਗੰਗੇ ਜੀ ਅਗਲਾ ਸ਼ਬਦ ਆਪਾਂ ਸਾਰੇ ਗਾ ਕੇ ਪੜ੍ਹੀਏ ਜੀ। ਇਹ ਸਾਰੇ ਰਲ ਕੇ ਪੜ੍ਹਦੇ ਹਨ। ਤਨ ਤਨ ਰਾਮਦਾਸ ਗੁਰ, ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ, ਪੂਰੀ ਹੋਈ ਕਰਾਮਾਤ, ਪੂਰੀ ਹੋਈ ਕਰਾਮਾਤ, ਪੂਰੀ ਹੋਈ ਕਰਾਮਾਤ। ਆਪ ਸਿਰਜਣਹਾਰੈ ਤਾਰਿਆ, ਆਪ ਸਿਰਜਣਹਾਰੈ ਤਾਰਿਆ, ਸਿਰਜਣਹਾਰੈ ਤਾਰਿਆ, ਸਿਰਜਣਹਾਰੈ ਤਾਰਿਆ। ਸਿੱਖੀ ਅਤੇ ਸੰਗਤੀ, ਸਿੱਖੀ ਅਤੇ ਸੰਗਤੀ, ਸਿੱਖੀ ਅਤੇ ਸੰਗਤੀ, ਸਿੱਖੀ ਅਤੇ ਸੰਗਤੀ, ਪਾਰ ਬ੍ਰਹਮ ਕਰ ਨਮਸਕਾਰਿਆ, ਪਾਰ ਬ੍ਰਹਮ ਕਰ ਨਮਸਕਾਰਿਆ, ਪਾਰ ਬ੍ਰਹਮ ਕਰ ਨਮਸਕਾਰਿਆ, ਪਾਰ ਬ੍ਰਹਮ ਕਰ ਨਮਸਕਾਰਿਆ। ਅਟਲ ਅਥਾਹ ਤੋਲ ਤੋਂ, ਅਟਲ ਅਥਾਹ ਤੋਲ ਤੋਂ, ਅਟਾਲ ਅਥਾਹ ਤੋਲ ਤੋਂ, ਅਟਾਲ ਅਥਾਹ ਤੋਲ ਤੋਂ। ਤੇਰਾ ਅੰਤ ਨ ਪਾਰਾਵਾਰਿਆ, ਤੇਰਾ ਅੰਤ ਨ ਪਾਰਾਵਾਰਿਆ। ਤੇਰਾ ਅੰਤ ਨ ਪਾਰਾਵਾਰਿਆ, ਤੇਰਾ ਅੰਤ ਨ ਪਾਰਾਵਾਰਿਆ। ਜਿਨੀ ਤੂੰ ਸੇਵਿਆ ਪਾਓ ਕਰ, ਜਿਨੀ ਤੂੰ ਸੇਵਿਆ ਪਾਓ ਕਰ, ਜਿਨੀ ਤੂੰ ਸੇਵਿਆ ਪਾਓ ਕਰ, ਜਿਨੀ ਤੂੰ ਸੇਵਿਆ ਪਾਓ ਕਰ। ਸੇ ਤੁਧ ਪਾਰ ਉਤਾਰਿਆ, ਸੇ ਤੁਧ ਪਾਰ ਉਤਾਰਿਆ। ਸੇ ਤੁਧ ਪਾਰ ਉਤਾਰਿਆ, ਸੇ ਤੁਧ ਪਾਰ ਉਤਾਰਿਆ। ਲਵ ਲੋਭ ਕਾਮ ਕ੍ਰੋਧ ਮੋਹ, ਲਵ ਲੋਭ ਕਾਮ ਕ੍ਰੋਧ ਮੋਹ। ਲਭ ਲੋਭ ਕਾਮ ਕ੍ਰੋਧ ਮੋਹ, ਲਭ ਲੋਭ ਕਾਮ ਕ੍ਰੋਧ ਮੋਹ। ਮਾਰ ਕਟੇ ਤੁਧ ਸਭ ਪਰਵਾਰਿਆ, ਮਾਰ ਕਟੇ ਤੁਧ ਸਭ ਪਰਵਾਰਿਆ। ਮਾਰ ਕੱਟੇ ਤੁਧ ਸਭ ਪਰਵਾਰਿਆ, ਮਾਰ ਕੱਟੇ ਤੁਧ ਸਭ ਪਰਵਾਰਿਆ। ਤਨ ਸੋ ਤੇਰਾ ਥਾਨ ਹੈ, ਤਨ ਸੋ ਤੇਰਾ ਥਾਨ ਹੈ। ਧਨ ਸੋ ਤੇਰਾ ਥਾਨ ਹੈ, ਧਨ ਸੋ ਤੇਰਾ ਥਾਨ ਹੈ। ਤਨ ਸੋ ਤੇਰਾ ਥਾਨ ਹੈ, ਤਨ ਸੋ ਤੇਰਾ ਥਾਨ ਹੈ। ਤਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈ ਸਕਾਰਿਆ, ਸੱਚ ਤੇਰਾ ਪੈ ਸਕਾਰਿਆ। ਸੱਚ ਤੇਰਾ ਪੈ ਸਕਾਰਿਆ, ਸੱਚ ਤੇਰਾ ਪੈ ਸਕਾਰਿਆ। ਨਾਨਕ ਤੂੰ ਲਹਿਣਾ ਤੂੰ ਹੈ, ਨਾਨਕ ਤੂੰ ਲਹਿਣਾ ਤੂੰ ਹੈ। ਨਾਨਕ ਤੂੰ ਲੈਣਾ ਤੂੰ ਹੈ, ਨਾਨਕ ਤੂੰ ਲੈਣਾ ਤੂੰ ਹੈ। ਨਾਨਕ ਤੂੰ ਲਹਿਣਾ ਤੂੰ ਹੈ, ਨਾਨਕ ਤੂੰ ਲਹਿਣਾ ਤੂੰ ਹੈ। ਨਾਨਕ ਤੂੰ ਲੈਣਾ ਤੂੰ ਹੈ, ਨਾਨਕ ਤੂੰ ਲੈਣਾ ਤੂੰ ਹੈ। ਗੁਰ ਅਮਰ ਤੂੰ ਵਿਚਾਰਿਆ, ਗੁਰ ਅਮਰ ਤੂੰ ਵਿਚਾਰਿਆ। ਗੁਰ ਅਮਰ ਤੂੰ ਵਿਚਾਰਿਆ, ਗੁਰ ਅਮਰ ਤੂੰ ਵਿਚਾਰਿਆ। ਗੁਰ ਡਿਠਾ ਤਮਨ ਸਾਧਾਰਿਆ, ਗੁਰ ਡਿਠਾ ਤਮਨ ਸਾਧਾਰਿਆ। ਗੁਰ ਡਿਠਾ ਤਮਨ ਸਾਧਾਰਿਆ, ਗੁਰ ਡਿਠਾ ਤਮਨ ਸਾਧਾਰਿਆ। ਚਾਰੇ ਜਾਗੇ ਚੌਂਕੀ ਪੰਚਾਇਨ ਆਪੇ ਹੋਆ। ਜਿਵੇਂ ਅਸੀਂ ਆਰੰਭ 'ਚ ਦੇਖਿਆ ਸੀ ਜੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਗੁਰਤਾ ਗੱਦੀ ਗੁਰੂ ਅੰਗਦ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀ
ਤਾਂ ਭਾਈ ਬਲਵੰਡ ਜੀ ਨੇ ਇਹ ਜ਼ਿਕਰ ਕੀਤਾ, ਜੋਤ ਓਹਾ ਜੁਗਤ ਸਾਏ ਸ਼ਹਿਕਾਇਆ ਫੇਰ ਪਲਟੀਏ। ਜਦੋਂ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਤੇ ਫਿਰ ਸਾਨੂੰ ਇਹ ਬੋਲ ਪੜਨ ਨੂੰ ਮਿਲੇ, ਪਿਓ ਦਾਦੇ ਜੇ ਵਿਹਾ ਪੋਤਰਾ ਪ੍ਰਵਾਨ। ਯਾਨੀ ਕਿ ਗੁਰੂ ਅਮਰਦਾਸ ਵੀ ਆਪਣੇ ਪਿਓ ਦਾਦੇ ਵਰਗਾ ਹੀ ਆ। ਔਰ ਜਦੋਂ ਅਸੀਂ ਗੁਰੂ ਅਮਰਦਾਸ ਜੀ ਤੋਂ ਬਾਅਦ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਮਿਲਣ ਦੀ ਗੱਲ ਆਪਾਂ ਜਿਹੜੀ ਸਾਰਿਆਂ ਨੇ ਗਾ ਕੇ ਪਿਆਰ ਨਾਲ ਇਸ ਨੂੰ ਮਾਣਿਆ ਹੈ, ਤੇ ਇੱਥੇ ਅਖੀਰ ਤੇ ਆ ਕੇ ਵੀ ਭਾਈ ਸੱਤਾ ਜੀ ਲਿਖਦੇ ਨੇ, ਹੇ ਗੁਰੂ ਰਾਮਦਾਸ ਨਾਨਕ ਤੂੰ ਹੀ ਨਾਨਕ ਆ, ਲੈਣਾ ਤੂੰ ਆ, ਗੁਰ ਅਮਰ ਤੂੰ ਵਿਚਾਰਿਆ। ਮੈਂ ਤਾਂ ਕਹਿੰਦਾ ਗੁਰੂ ਅਮਰਦਾਸ ਵੀ ਤੈਨੂੰ ਹੀ ਸਮਝਿਆ ਆ। ਹੁਣ ਇਹ ਛੋਟੀਆਂ ਗੱਲਾਂ ਨਹੀਂ। ਗੁਰੂ ਨਾਨਕ ਸਾਹਿਬ ਉਸੇ ਹੀ ਰੂਪ ਵਿੱਚ ਗੁਰੂ ਅੰਗਦ ਸਾਹਿਬ ਨੂੰ ਵੇਖਣਾ, ਉਸੇ ਹੀ ਰੂਪ 'ਚ ਗੁਰੂ ਅਮਰਦਾਸ ਜੀ ਨੂੰ ਦੇਖਣਾ, ਉਸੇ ਹੀ ਰੂਪ 'ਚ ਗੁਰੂ ਰਾਮਦਾਸ ਜੀ ਨੂੰ ਦੇਖਣਾ, ਤੇ ਇਹ ਮਾਣ ਹੁਣ ਫਿਰ ਸੱਤਾ ਜੀ ਤੇ ਬਲਵੰਡ ਜੀ ਹੀ ਲੈ ਸਕਦੇ ਆ ਨਾ। ਠੀਕ ਹੈ ਨਾ ਜੀ। ਤੇ ਜਿਹੜੇ ਏਡਾ ਵੱਡਾ ਮਾਣ ਰੱਖਦੇ ਹੋਣ ਤੇ ਏਡੀ ਸੋਹਣੀ ਸੋਚ ਰੱਖਦੇ ਹੋਣ ਤੇ ਗੁਰੂ ਨੂੰ ਇਸ ਅੱਖ ਨਾਲ ਵੇਂਦੇ ਹੋਣ, ਮੈਨੂੰ ਦੱਸੋ ਰੁੱਸ ਕੇ ਜਾਣਗੇ? ਔਰ ਇੱਕ ਗੱਲ ਦਾ ਹਮੇਸ਼ਾ ਧਿਆਨ ਰੱਖਿਓ, ਜਿੰਨੇ ਸਾਡੇ ਬਾਣੀਕਾਰ ਸਤਿਗੁਰੂ ਸਾਹਿਬਾਨ, ਭਗਤ ਸਾਹਿਬਾਨ, ਭੱਟ ਸਾਹਿਬਾਨ ਜਾਂ ਗੁਰਸਿੱਖ ਨੇ, ਇਹਨਾਂ ਨੂੰ ਨੀਵਿਆਂ ਕਰਨ ਲਈ, ਇਹਨਾਂ ਨੂੰ ਧੱਬਾ ਲਾ ਕੇ ਰੱਖਣ ਲਈ, ਇਹਨਾਂ ਦੇ ਜੀਵਨ 'ਚ ਖੋਟ ਵਿਖਾਉਣ ਲਈ ਬੜਾ ਕੁਝ ਘੜਿਆ ਗਿਆ। ਅਸੀਂ ਇਸ ਗੱਲ ਤੋਂ ਪੂਰੀ ਤਰ੍ਹਾਂ ਆਗਾਹ ਰਹੀਏ, ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਮਹਾਂਪੁਰਖ ਬੈਠੇ ਨੇ ਨਾ, ਇੱਥੇ ਤਾਂ ਕਦੀ ਸੋਚਿਆ ਵੀ ਨਹੀਂ ਜਾ ਸਕਦਾ, ਸੋਚਿਆ ਵੀ ਨਹੀਂ ਜਾ ਸਕਦਾ। ਜੀ ਭਾਈ ਸੱਤਾ ਜੀ ਬਲਵੰਡ ਜੀ ਗੁਰੂ ਅਰਜਨ ਸਾਹਿਬ ਜੀ ਨੂੰ ਬਾਣੀ ਦੀ ਸੰਪਾਦਨਾ ਵੇਲੇ ਪ੍ਰਵਾਨ ਆ ਨਾ, ਤੋ ਐਵੇਂ ਨਹੀਂ ਪ੍ਰਵਾਨ। ਵਾਰ ਚੋਂ ਅਸੀਂ ਪੜ੍ਹ ਕੇ ਆਏ ਆ, ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਕਿੱਦਾਂ ਦੇਖਿਆ, ਉਹਨਾਂ ਨੇ ਗੁਰੂ ਅੰਗਦ ਸਾਹਿਬ ਨੂੰ ਕਿੱਦਾਂ ਦੇਖਿਆ, ਉਹਨਾਂ ਨੇ ਗੁਰੂ ਅਮਰਦਾਸ ਨੂੰ ਕਿੱਦਾਂ ਦੇਖਿਆ, ਔਰ ਗੁਰੂ ਰਾਮਦਾਸ ਜੀ ਨੂੰ ਕਿੱਦਾਂ ਦੇਖਿਆ। 8ਵੀਂ ਪੌੜੀ ਸਾਡੀ ਰਹਿੰਦੀ ਹੈ ਜੀ, ਇੱਥੇ ਵੀ ਦੇਖਦੇ ਆ ਕਿ ਗੁਰੂ ਅਰਜਨ ਸਾਹਿਬ ਨੂੰ ਉਹ ਕਿੱਦਾਂ ਦੇਖਦੇ ਆ। ਸਾਰੇ ਜਾਗੇ ਚਮਨ ਜੁਗੀ ਪੰਚਾਇਨ ਆਪੇ ਹੋਆ, ਆਪੀ ਨੇ ਅਰਬ ਸਾਜਿਓ ਆਪੇ ਹੀ ਥਮ ਖਲੋਆ, ਆਪੇ ਪੱਟੀ ਕਲਮ ਆਪ ਲਿਖਣ ਹਾਰਾ ਹੋਆ, ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾਂ ਨਿਰੋਆ। ਵਾਹ ਵਾਹ ਵਾਹ। ਤਖਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਆ। ਸਤਿਗੁਰੂ ਦਾ ਚੰਦੋਆ ਚਮਕ ਰਿਹਾ ਔਰ ਗੁਰੂ ਅਰਜਨ ਤਖਤ ਦੇ ਉੱਤੇ ਸੁਸ਼ੋਭਿਤ ਨੇ। ਹਾਂਜੀ। ਤਖਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਆ। ਉਗਵਣੋ ਤੈ ਹੱਥ ਬਣੋ, ਚੌ ਚੱਕੀ ਕੀਨ ਲੋਆ। ਜਿਨੀ ਗੁਰੂ ਨਾ ਸੇਵਿਓ, ਮਨ ਮੁਖਾਂ ਪਿਆ ਮੋਆ। ਵਾਹ। ਦੋਣੀ ਚੌਣੀ ਕਰਾਵਾ, ਸੱਚੇ ਕਾ ਸੱਚਾ ਢੋਆ। ਚਾਰੇ ਜਾਗੇ ਚਹੁ ਜੁਗੀ, ਪੰਚਾਇਨ ਆਪੇ ਹੁਆ। ਚਾਰੇ ਜਾਗੇ ਚੌ ਜੁਗੀ। ਚਾਰਾਂ ਸਮਿਆਂ ਦੇ ਅੰਦਰ ਚਾਰ ਸਤਿਗੁਰੂ ਜੀ ਰੌਸ਼ਨ ਹੋਏ। ਪੰਚਾਇਨ ਪੰਜਵੇਂ ਥਾਂ ਤੇ ਗੁਰੂ ਅਰਜਨ ਸਾਹਿਬ ਅਕਾਲ ਪੁਰਖ ਜੀ ਦਾ ਰੂਪ ਹੋ ਕੇ ਇਸ ਸੰਸਾਰ ਦੇ ਅੰਦਰ, ਸਮਾਜ ਦੇ ਅੰਦਰ, ਸ੍ਰਿਸ਼ਟੀ ਦੇ ਅੰਦਰ ਸੁਸ਼ੋਭਿਤ ਹਨ, ਸ਼ੋਭਾ ਪਾ ਰਹੇ ਆ।
ਸੋ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਪੰਚਮ ਪਾਤਸ਼ਾਹ ਜੀ ਤੱਕ ਬਹੁਤ ਸੋਹਣੇ ਢੰਗ ਦੇ ਨਾਲ ਭਾਈ ਸੱਤਾ ਜੀ ਨੇ, ਬਲਵੰਡ ਜੀ ਨੇ ਬਾਖੂਬੀ ਬਹੁਤ ਸੋਹਣੇ ਅਲੰਕਾਰ ਉਹਨਾਂ ਨੇ ਲੈ ਕੇ ਗੁਰੂ ਘਰ ਦੀ ਵਡਿਆਈ ਕੀਤੀ। ਗੁਰੂ ਘਰ ਵੱਲੋਂ ਸਮਾਜ ਦੇ ਉੱਤੇ ਕੀਤੀਆਂ ਬਖਸ਼ਿਸ਼ਾਂ, ਪਰਉਪਕਾਰ ਉਹਨਾਂ ਨੇ ਸਾਹਮਣੇ ਲਿਆਂਦੇ। ਗੁਰੂ ਘਰ ਦੇ ਵਿੱਚ ਵਿਰੋਧ ਕਰਨ ਵਾਲੇ ਜਿਹੜੇ ਲੋਕ ਸੀਗੇ, ਜਿਨ੍ਹਾਂ ਨੇ ਗੁਰੂ ਦਾ ਵਿਰੋਧ ਕੀਤਾ, ਉਹਨਾਂ ਨੂੰ ਵੀ ਪੂਰੀ ਤਰ੍ਹਾਂ ਕਰੜੇ ਹੱਥੀਂ ਲੈਂਦਿਆਂ ਉਹਨਾਂ ਨੂੰ ਵੀ ਨਸ਼ਰ ਕੀਤਾ ਕਿ ਇਹ ਲੋਕ ਇਦਾਂ ਹੀ ਲਗਾਤਾਰ ਗੁਰੂ ਦੇ ਵਿਰੋਧ ਵਿੱਚ ਖੜੇ ਰਹਿ, ਲੱਗੇ ਰਹਿ ਤੇ ਕੋਸ਼ਿਸ਼ ਕਰਦੇ ਰਹਿ। ਅਖੀਰਲੀ ਬੇਨਤੀ ਆਪ ਜੀ ਨੂੰ, ਜਿਵੇਂ ਅਸੀਂ ਪਹਿਲਾਂ ਵੀ ਸ਼ੁਰੂ ਵਿੱਚ ਕਿਹਾ ਕਿ ਬਾਬਾ ਸ੍ਰੀ ਚੰਦ ਜੀ ਨੇ ਗੁਰੂ ਅੰਗਦ ਸਾਹਿਬ ਜੀ ਦਾ ਵਿਰੋਧ ਕੀਤਾ, ਪਰ ਗੁਰੂ ਅੰਗਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸ੍ਰੀ ਚੰਦ ਜੀ ਨੇ ਗੁਰੂ ਅਮਰਦਾਸ ਜੀ ਦਾ ਵਿਰੋਧ ਨਹੀਂ ਕੀਤਾ। ਫਿਰ ਗੁਰੂ ਅਮਰਦਾਸ ਜੀ ਦਾ ਵਿਰੋਧ ਗੁਰੂ ਅੰਗਦ ਸਾਹਿਬ ਦੇ ਪੁੱਤਰਾਂ ਨੇ, ਦਾਤੂ ਜੀ ਨੇ, ਦਸਤੂ ਜੀ ਨੇ ਕੀਤਾ। ਜਦੋਂ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਜੀ ਗੁਰਤਾ ਗੱਦੀ ਤੇ ਆਏ, ਦਾਤੂ ਦਾਸੂ ਜੀ ਨੇ ਵਿਰੋਧ ਕੀਤਾ। ਜਦੋਂ ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾਏ, ਫਿਰ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਮਿਲੀ। ਸ੍ਰੀ ਚੰਦ ਨੇ ਵਿਰੋਧ ਨਹੀਂ ਕੀਤਾ, ਨਾ ਦਾਤੂ ਦਾਸੂ ਨੇ ਵਿਰੋਧ ਕੀਤਾ, ਫਿਰ ਮੋਹਣ ਨੇ ਵਿਰੋਧ ਕੀਤਾ। ਗੁਰੂ ਅਮਰਦਾਸ ਜੀ ਦੇ ਵੱਡੇ ਬੇਟੇ ਮੋਹਣ ਨੇ ਵਿਰੋਧ ਕੀਤਾ। ਔਰ ਜਦੋਂ ਗੁਰੂ ਅਰਜਨ ਸਾਹਿਬ ਗੁਰਤਾ ਗੱਦੀ ਤੇ ਬੈਠੇ ਆ, ਫਿਰ ਸ੍ਰੀ ਚੰਦ ਨੇ ਵਿਰੋਧ ਨਹੀਂ ਕੀਤਾ, ਫਿਰ ਦਾਤੂ ਦਾਸੂ ਨੇ ਵਿਰੋਧ ਨਹੀਂ ਕੀਤਾ, ਫਿਰ ਵਿਰੋਧ ਪ੍ਰਿਥੀ ਚੰਦ ਨੇ ਕੀਤਾ। ਤਾਂ ਉਹ ਉਹਨਾਂ ਕੀ ਮੌਕਾ ਮਿਲ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਟਾਈਮ ਤੇ ਵੈਸੇ ਤਾਂ ਗੁਰੂ ਰਾਮਦਾਸ ਜੀ ਤੋਂ ਇਹ ਮੇਲ ਮਿਲਾਪ ਸ਼ੁਰੂ ਹੋ ਚੁੱਕਾ ਸੀਗਾ ਸ੍ਰੀ ਚੰਦ ਹੋਰਾਂ ਦਾ, ਔਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਟਾਈਮ ਤੇ ਬਾਬਾ ਸ੍ਰੀ ਚੰਦ ਜੀ ਨੇ ਆਪਣਾ ਉਹ ਜਿਹੜਾ ਚਲਾਇਆ ਹੋਇਆ ਵੱਖਰਾ ਰਾਹ ਸੀ, ਉਹ ਬਾਬਾ ਗੁਰਦਿੱਤਾ ਜੀ ਦੇ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਬੇਟੇ ਦੇ ਹਵਾਲੇ ਕਰਕੇ ਗੁਰੂ ਸਾਹਿਬ ਦੇ ਕੋਲ ਉਹਨਾਂ ਨੇ ਸ਼ਰਨ ਲੈ ਲਈ। ਔਰ ਬਾਬਾ ਸ੍ਰੀ ਚੰਦ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਉਹ ਵੱਖਰਾ ਰਾਹ ਸਮੇਟ ਕੇ ਸਿੱਖੀ ਦੇ ਦਾਇਰੇ ਵਿੱਚ ਮੋੜ ਆਏ ਸੀ। ਤਾਂ ਉਹ ਉਹਨਾਂ ਕੀ ਸੀਗਾ ਜਿੰਨਾ ਉਹਨਾਂ ਨੇ ਕੀਤਾ। ਬਾਕੀ ਸ੍ਰੀ ਚੰਦਗੇ ਤਾਂ ਅਜੇ ਵੀ ਲੱਗੇ ਹੋਏ ਆ, ਉਹ ਤਾਂ ਆਪਣਾ ਧੂਣਾ ਤਪਾ ਕੇ ਬੈਠੇ ਹੋਏ ਆ। ਸੋ ਮਹਾਰਾਜ ਕਿਰਪਾ ਕਰਨ ਅਸੀਂ ਅੱਜ ਇਸ ਨੂੰ ਇੱਥੇ ਕੀ ਸਮਾਪਤੀ ਕਰਦੇ ਹਾਂ ਜੀ।